ਮੈਨੂੰ ਲੱਗਦਾ ਪੰਜਾਬ ਦੇ ਵਿੱਚ ਸਾਨੂੰ ਕੱਟੜਪੰਥੀ ਜਾਂ ਫੰਡਾਮੈਂਟਲਿਜ਼ਮ ਦੇਖਣ ਨੂੰ ਨਹੀਂ ਮਿਲਦੀ। ਫਿਲਹਾਲ ਜਿਹੜਾ ਇਹ ਦੌਰ ਵੀ ਚੱਲ ਰਿਹਾ ਜਿੱਥੇ ਅਸੀਂ ਬੈਠ ਕੇ ਇਹਨਾਂ ਤੇ ਇਸ ਇਸ਼ੂ 'ਤੇ ਗੱਲਬਾਤ ਵੀ ਕਰ ਰਹੇ ਨੇ, ਮੈਨੂੰ ਲੱਗਦਾ ਪੰਜਾਬ ਦੇ ਵਿੱਚ ਜਿਹੜੀ ਸਿੱਖ ਕਮਿਊਨਿਟੀ ਹੈਗੀ ਹੈ ਉਹ ਕੱਟੜਪੰਥੀ ਤੋਂ, ਮੂਲਵਾਦ ਤੋਂ, ਫੰਡਾਮੈਂਟਲਿਜ਼ਮ ਤੋਂ ਬਹੁਤ ਦੂਰ ਹੈਗੀ ਹੈ। ਇਸ ਜਿਹੜਾ ਹੁਣ ਤੁਰੰਤ ਜਿਹੜਾ ਮੌਕਾ ਹੈਗਾ ਇਸ ਮੌਕੇ ਤੇ ਨਾਲ ਦੀ ਨਾਲ ਇਹ ਵੀ ਦੇਖਦੇ ਹਾਂ ਕਿ ਭਿੰਡਰਾਂ ਵਾਲੇ ਦੇ ਥਰੂ ਪਹਿਲਾਂ ਇਹ ਡਿਮਾਂਡ ਉੱਠੀ ਸੀ। ਇਹਨਾਂ ਦਿਨਾਂ ਦੇ ਵਿੱਚ ਇਹੀ ਅਫਸਰ ਜਿਹੜਾ ਹੈਗਾ ਇਹਨਾਂ ਜਿਹੜੇ ਮੁੱਠੀ ਭਰ ਲੋਕ ਹੈਗੇ ਨੇ ਉਹਨਾਂ ਦੇ ਵੱਲੋਂ ਹੋਇਆ ਤੇ ਇਹ ਬਾਰ-ਬਾਰ ਹੋ ਰਿਹਾ ਤੇ ਤਾਂ ਹੀ ਇਹ ਡਿਮਾਂਡ ਅਸੀਂ ਕਹਿੰਦੇ ਵੀ ਬਾਰ-ਬਾਰ ਉੱਠਦੀ ਹੈ। ਜਦ ਦੇਸ਼ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਮਾਹੌਲ ਬਣਦਾ ਹੈ, ਮਾਈਨੋਰਿਟੀ ਸੈਕਸ਼ਨ ਆਪਣੇ ਆਪ ਨੂੰ ਅਨਸਿਕਿਉਰ ਜਾਂ ਇਸ ਤਰ੍ਹਾਂ ਦਾ ਕੁਝ ਫੀਲ ਕਰਦੀ ਹੈ, ਤਾਂ ਉਸੇ ਗਰੁੱਪ ਦੇ ਵਿੱਚ ਕੁਝ ਕੱਟੜਪੰਥੀ ਇਸ ਮੌਕੇ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦੇ ਨੇ। ਤੇ ਇਹ ਸਾਡੇ ਸਾਹਮਣੇ ਪਾਕਿਸਤਾਨ ਇੱਕ ਬਹੁਤ ਵੱਡੀ ਐਗਜ਼ਾਮਪਲ ਹੈਗੀ ਜਿਹੜਾ ਕਿ ਬੁਰੀ ਤਰ੍ਹਾਂ ਨਾਲ ਫੇਲ ਹੋਇਆ। ਇਸੇ ਤਰ੍ਹਾਂ ਨਾਲ ਜੇਕਰ ਖਾਲਿਸਤਾਨ ਦੀ ਵੀ ਕਦੇ ਡਿਮਾਂਡ ਉੱਠਦੀ ਆ, ਕੁਝ ਲੋਕ ਭਾਰਤ ਨੂੰ ਡਿਕਲੇਅਰ ਕਰਨ ਦੀ ਗੱਲ ਕਰਦੇ ਨੇ, ਤਾਂ ਉਹ ਬਹੁਤ ਪਿਛਾਕੜੀ ਸੋਚ ਹੈਗੀ ਆ ਤੇ ਸਾਨੂੰ ਇਸ ਤੋਂ ਬਚਣਾ ਚਾਹੀਦਾ। ਅਜਿਹੇ ਸਮੇਂ ਜਿਹੜੀ ਕਿ ਡੈਮੋਕ੍ਰੈਟਿਕ ਫੋਰਸਿਸ ਹੈਗੀਆਂ ਨੇ, ਸਾਡੀਆਂ ਜਥੇਬੰਦੀਆਂ ਹੈਗੀਆਂ ਨੇ, ਜਨਤਕ ਫੋਰਸਿਸ ਹੈਗੀਆਂ ਨੇ, ਉਹ ਕੀ ਕਰਨ ਇਹੋ ਜਿਹੇ ਸਮੇਂ? ਲੋਕਾਂ ਦੇ ਜਿਹੜੇ ਅਸਲ ਮੁੱਦੇ ਹੈਗੇ ਉਹ ਚੱਕਣੇ ਚਾਹੀਦੇ ਆ। ਜਿਹੜਾ ਲੋਕਾਂ ਦਾ ਅਸਲ ਮੁੱਦਾ ਹੈਗਾ ਬੇਰੁਜ਼ਗਾਰੀ ਦਾ, ਗਰੀਬੀ ਦਾ, ਹੈਲਥ ਦਾ, ਐਜੂਕੇਸ਼ਨ ਦਾ, ਉਹ ਕਿਤੇ ਨਾ ਕਿਤੇ ਪਿੱਛੇ ਰਹਿ ਰਹੇ ਨੇ। ਜਦ ਅਸੀਂ ਉਹਨਾਂ ਅਸਲ ਮੁੱਦਿਆਂ ਨੂੰ ਚੱਕਾਂਗੇ ਤਾਂ ਹੀ ਲੋਕੀ ਇਸ ਪਾਸੋਂ ਚੱਲਣਗੇ ਵੀ, ਤੇ ਜਿਹੜਾ ਇਹ ਫੰਡਾਮੈਂਟਲਿਜ਼ਮ ਦਾ ਹਿਸਾਬ ਕਿਤਾਬ ਹੈ ਉਸ ਤੋਂ ਮੂੰਹ ਮੋੜਨ। ਦੋਸਤੋ, ਪਿਛਲੇ ਦਿਨਾਂ ਤੋਂ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਹੈਗੇ ਨੇ, ਮੂਲਵਾਦ ਦਾ ਉਭਾਰ ਚੱਲ ਰਿਹਾ ਤੇ ਉਸੇ ਮੂਲਵਾਦ ਨੂੰ ਲੈ ਕੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੁਆਰਾ ਇੱਕ ਐਕਸ਼ਨ ਕੀਤਾ ਗਿਆ, ਜਿਹਦੇ ਤਹਿਤ ਮੂਲਵਾਦ ਫੈਲਾਉਣ ਵਾਲੇ ਭਾਈ ਅਮਰਤਪਾਲ ਜੀ ਅਤੇ ਉਹਦੇ ਸਾਥੀਆਂ ਨੂੰ ਕੰਟੇਨ ਕਰਨ ਦੇ ਲਈ ਐਕਸ਼ਨ ਕੀਤਾ ਗਿਆ। ਉਸ ਐਕਸ਼ਨ ਦੇ ਵਿੱਚ ਕੁਝ ਕੁਤਾਹੀਆਂ ਵੀ ਹੋਈਆਂ, ਕੁਝ ਗਲਤੀਆਂ ਵੀ ਹੋਈਆਂ ਤੇ ਕੁਝ ਚੰਗਾ ਵੀ ਹੋਇਆ। ਮੂਲਵਾਦ ਕੀ ਹੈ, ਇਹ ਐਕਸ਼ਨ ਕਿਹੋ ਜਿਹਾ ਸੀ, ਸਹੀ ਸੀ, ਢੁਕਵਾਂ ਸੀ, ਸਹੀ ਤਰੀਕੇ ਨਾਲ ਹੋਇਆ, ਨਹੀਂ ਹੋਇਆ, ਕੀ ਕੁਤਾਹੀਆਂ ਰਹਿ ਗਈਆਂ, ਤੇ ਇਹ ਦੇਸ਼ ਦੇ ਵਿੱਚ, ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜੀ ਘੱਟ ਗਿਣਤੀਆਂ ਦਾ ਮਾਮਲਾ, ਉਸ ਦੇ ਉੱਪਰ ਵੀ ਸਵਾਲ ਖੜੇ ਹੋਏ। ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਅਸੀਂ ਅੱਜ ਗੱਲ ਕਰਾਂਗੇ। ਸਾਡੇ ਨਾਲ ਸ਼ਾਮਲ ਹੋ ਰਹੇ ਨੇ ਚਰਚਾ ਦੇ ਵਿੱਚ ਐਡਵੋਕੇਟ ਵਿਪਨ ਜੀ, ਜਿਹੜੇ ਕਿ AFDR ਦੇ ਆਗੂ ਨੇ। ਅਸੀਂ ਇਹਨਾਂ ਨਾਲ ਇਸ ਵਿਸ਼ੇ ਨੂੰ ਲੈ ਕੇ ਗੱਲ ਕਰਾਂਗੇ। ਵਿਪਨ ਜੀ, ਤੁਹਾਡਾ ਸਵਾਗਤ ਹੈ। ਨਮਸਕਾਰ ਜੀ। ਵਿਪਨ ਜੀ, ਜਿਸ ਤਰ੍ਹਾਂ ਦੇਸ਼ ਦੇ ਵਿੱਚ, ਪੰਜਾਬ ਦੇ ਵਿੱਚ ਮੂਲਵਾਦ ਦਾ ਬੜਾ ਉਭਾਰ ਚੱਲ ਰਿਹਾ, ਉਸ ਮੂਲਵਾਦ ਦੀ ਜੇ ਅਸੀਂ ਗੱਲ ਕਰੀਏ ਤਾਂ ਉਹਦੇ ਵਿੱਚ ਖਾਲਿਸਤਾਨ ਦੀ ਮੰਗ ਦਾ ਮਾਮਲਾ ਆਉਂਦਾ। ਇਹ ਮਾਮਲਾ ਕਿਹੋ ਜਿਹਾ ਤੇ ਬਾਰ-ਬਾਰ ਇਹ ਕਿਉਂ ਉੱਠ ਰਿਹਾ, ਇਹਦੇ ਪਿੱਛੇ ਕੀ ਕਾਰਨ ਨੇ? ਦੇਖੋ, ਮੂਲਵਾਦ ਜਿਹਨੂੰ ਅਸੀਂ ਆਮ ਤੌਰ ਦੀ ਭਾਸ਼ਾ ਵਿੱਚ ਫੰਡਾਮੈਂਟਲਿਜ਼ਮ ਜਾਂ ਕੱਟੜਵਾਦ ਵੀ ਕਹਿ ਦਿੰਦੇ ਨੇ ਜੀ, ਮੈਨੂੰ ਲੱਗਦਾ ਪੰਜਾਬ ਦੇ ਵਿੱਚ ਸਾਨੂੰ ਕੱਟੜਪੰਥੀ ਜਾਂ ਫੰਡਾਮੈਂਟਲਿਜ਼ਮ ਦੇਖਣ ਨੂੰ ਨਹੀਂ ਮਿਲਦੀ। ਫਿਲਹਾਲ ਜਿਹੜਾ ਇਹ ਦੌਰ ਵੀ ਚੱਲ ਰਿਹਾ ਜਿੱਥੇ ਅਸੀਂ ਬੈਠ ਕੇ ਇਹਨਾਂ ਤੇ ਇਸ ਇਸ਼ੂ 'ਤੇ ਗੱਲਬਾਤ ਵੀ ਕਰ ਰਹੇ ਨੇ, ਮੈਨੂੰ ਲੱਗਦਾ ਪੰਜਾਬ ਦੇ ਵਿੱਚ ਜਿਹੜੀ ਸਿੱਖ ਕਮਿਊਨਿਟੀ ਹੈਗੀ ਹੈ ਉਹ ਕੱਟੜਪੰਥੀ ਤੋਂ, ਮੂਲਵਾਦ ਤੋਂ, ਫੰਡਾਮੈਂਟਲਿਜ਼ਮ ਤੋਂ ਬਹੁਤ ਦੂਰ ਹੈਗੀ ਹੈ। ਇਸ ਜਿਹੜਾ ਹੁਣ ਤੁਰੰਤ ਜਿਹੜਾ ਮੌਕਾ ਹੈਗਾ ਇਸ ਮੌਕੇ ਤੇ ਵੀ ਜਿੰਨੇ ਫੰਡਾਮੈਂਟਲਿਸਟ ਸਿੱਖ ਧਰਮ ਦੇ ਵਿੱਚ ਹੈਗੇ ਨੇ, ਉਨੇ ਫੰਡਾਮੈਂਟਲਿਸਟ ਸਾਨੂੰ ਹਰ ਧਰਮ ਦੇ ਵਿੱਚ ਮਿਲਣਗੇ। ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਵੀ ਇਹਦੇ ਵਿੱਚ ਜ਼ਿਆਦਾ ਜਾਂ ਦੂਜੇ 'ਚ ਘੱਟ ਹੈਗੇ, ਜਾਂ ਅੱਜ ਦੇ ਦੌਰ ਦੇ ਵਿੱਚ ਅਸੀਂ ਇਹਦੇ ਵਿੱਚ ਕੋਈ ਉਭਾਰ ਦੇਖ ਰਹੇ ਨੇ। ਮੈਂ ਨਿੱਜੀ ਤੌਰ ਤੇ ਕੋਈ ਉਭਾਰ ਸਿੱਖ ਫੰਡਾਮੈਂਟਲਿਜ਼ਮ ਦੇ ਵਿੱਚ ਦੇਖਣ 'ਚ ਨਾਕਾਮਯਾਬ ਹੈਗਾ। ਮੈਨੂੰ ਨਹੀਂ ਲੱਗਦਾ ਕੋਈ ਫੰਡਾਮੈਂਟਲਿਜ਼ਮ ਦਾ ਰਾਈਜ਼ ਸਾਡੇ ਜਿਹੜਾ ਇਹ ਦੌਰ ਚੱਲਦਾ ਇਹਦੇ ਵਿੱਚ ਕੁਝ ਹੋਇਆ। ਕੋਈ ਵੀ ਧਰਮ ਹੁੰਦੀ ਹੈ, ਕੋਈ ਵੀ ਧਰਮ ਹੁੰਦਾ ਹੈ ਜਾਂ ਕੋਈ ਵਿਚਾਰਧਾਰਾ ਹੁੰਦੀ ਹੈ, ਉਹਦੇ ਵਿੱਚ ਇੱਕ ਸੈਕਸ਼ਨ ਬੜਾ ਲਿਬਰਲ ਹੁੰਦਾ ਹੈ, ਇੱਕ ਸੈਕਸ਼ਨ ਕੱਟੜ ਹੁੰਦਾ ਹੀ ਹੁੰਦਾ ਹੈ। ਤੇ ਜਿੰਨੇ ਕੱਟੜਪੰਥੀ ਬਾਕੀ ਧਰਮਾਂ 'ਚ ਹੈਗੀ, ਉਨੇ ਇੱਕ ਸਿੱਖ ਧਰਮ ਦੇ ਵਿੱਚ ਵੀ ਹੋਣਾ ਲਾਜ਼ਮੀ ਹੈਗੀ ਹੋਈ ਹੈ। ਹਾਂ, ਲੇਕਿਨ ਰੀਸੈਂਟ ਵਕਤ ਦੇ ਵਿੱਚ ਅਸੀਂ ਦੇਖਿਆ ਇੱਕ ਉਭਾਰ ਜ਼ਰੂਰ ਆਇਆ, ਇੱਕ ਖਾਸ ਤਰ੍ਹਾਂ ਦੀ ਵਿਚਾਰਧਾਰਾ ਨੂੰ ਲੈ ਕੇ ਜਿਹੜੀ ਗੱਲ ਕਰਦੀ ਹੈ, ਇੱਕ ਅਲੱਗ ਨੇਸ਼ਨ ਦੀ ਗੱਲ, ਅਲੱਗ ਦੇਸ਼ ਦੀ ਗੱਲ, ਜਿਹਨੂੰ ਖਾਲਿਸਤਾਨ ਕਹਿ ਦਿੱਤਾ ਜਾਂਦਾ ਹੈ। ਰੀਸੈਂਟਲੀ ਜਿਹੜਾ ਅੰਮ੍ਰਿਤਪਾਲ ਤੇ ਉਹਦਾ ਗਰੁੱਪ ਨੇ ਇਹ ਡਿਮਾਂਡ ਰੱਖੀ ਹੈ ਲੋਕਾਂ ਦੇ ਅੱਗੇ ਵੀ ਅਸੀਂ ਤਾਂ ਇੱਕ ਸੈਪਰੇਟ ਸਾਨੂੰ ਸਟੇਟ ਚਾਹੀਦੀ ਹੈ ਸਿੱਖਾਂ ਵਾਸਤੇ। ਉਹਦਾ ਉਭਾਰ ਅਸੀਂ ਕੈਸੇ ਦੇਖ ਸਕਦੇ ਹਾਂ, ਪਰ ਉਹ ਉਭਾਰ ਵੀ ਕੋਈ, ਅਸੀਂ ਇਹ ਨਹੀਂ ਕਹਿ ਸਕਦੇ ਵੀ ਲੋਕਾਂ ਦਾ ਕੋਈ ਉਹਨੂੰ ਬਹੁਤ ਸਪੋਰਟ ਰਹੀ ਹੈ ਉਸ ਉਭਾਰ ਨੂੰ, ਜਾਂ ਕੋਈ ਲੋਕਾਂ ਦੀ ਡਿਮਾਂਡ ਹੈਗੀ ਹੈ। ਇਹ ਗੱਲ ਬਿਲਕੁਲ ਠੀਕ ਹੈਗੀ ਹੈ ਵੀ ਜਦ ਵੀ ਕੋਈ ਕੱਟੜਪੰਥੀ ਲੋਕ ਕਿਸੇ ਵੀ ਧਰਮ ਦੇ ਹੋਣ, ਚਾਹੇ ਖਾਸ ਤੌਰ ਤੇ ਵਿੱਚ ਜੇ ਮਾਈਨੋਰਿਟੀ ਦੇ ਵਿੱਚ ਕੋਈ ਕੱਟੜਪੰਥੀ ਸੈਕਸ਼ਨ ਹੈਗਾ, ਉਹ ਜਦ ਆਪਣੇ ਪੋਲੀਟੀਕਲ ਏਜੰਡੇ ਨੂੰ ਸਾਹਮਣੇ ਲੈ ਕੇ ਆਉਂਦਾ ਤਾਂ ਸਾਨੂੰ ਪ੍ਰੋਬਲਮ ਹੁੰਦੀ ਹੈ। ਅਦਰਵਾਈਜ਼ ਤਾਂ ਕੱਟੜਪੰਥੀ ਹਰ ਧਰਮ 'ਚ ਹੈਗੇ ਆ, ਸਾਡਾ ਦੇਸ਼, ਸਾਡਾ ਮੁਲਕ ਇਸ ਤਰ੍ਹਾਂ ਚੱਲ ਰਿਹਾ ਹੈ। ਪਰ ਜਦ ਕੋਈ ਪੋਲੀਟੀਕਲ ਏਜੰਡਾ ਲੈ ਕੇ ਉਹ ਸਾਹਮਣੇ ਆਉਂਦੇ ਨੇ ਤੇ ਉਹਨੂੰ ਐਨਫੋਰਸ ਕਰਨ ਦੀ ਕੋਸ਼ਿਸ਼ ਕਰਦੇ ਨੇ, ਤਬ ਕੁਝ ਸਮੱਸਿਆਵਾਂ ਖੜੀ ਹੁੰਦੀ ਨੇ।
ਹੁਣ ਜਿਹੜੀ ਖਾਲਿਸਤਾਨ ਦੀ ਗੱਲ ਹੈ, ਇਹ ਵੀ ਉਹਦਾ ਹੀ ਆਊਟਕਮ ਹੈ। ਸਿੱਖ ਧਰਮ ਦੇ ਵਿੱਚ ਜਿਹੜੀ ਕੱਟੜਪੰਥੀ ਇੱਕ ਛੋਟਾ ਸੈਕਸ਼ਨ ਹੈਗਾ, ਜਦੋਂ ਆਪਣੇ ਪੋਲੀਟੀਕਲ ਏਜੰਡੇ ਨੂੰ ਸਾਹਮਣੇ ਲੈ ਕੇ ਆਉਂਦੀ ਤਾਂ ਉਹਦੇ ਕੋਲ ਇੱਕੋ ਹੀ ਏਜੰਡਾ ਆਉਂਦਾ, ਉਹ ਹੁੰਦਾ ਵੀ ਸਾਨੂੰ ਬਤੌਰ ਸਿੱਖ ਕੌਮ ਇੱਕ ਅਲੱਗ ਤੋਂ ਦੇਸ਼ ਚਾਹੀਦਾ ਹੈ। ਤੇ ਫਿਲਹਾਲ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਮੌਕੇ ਦੀ, ਇਹਦੇ ਵਿੱਚ ਇੱਕ ਬੜਾ ਛੋਟਾ ਜਿਹਾ ਸੈਕਸ਼ਨ ਮੁੱਠੀ ਭਰ ਲੋਕ ਲੈਡ ਬਾਈ ਅੰਮ੍ਰਿਤਪਾਲ, ਅਸੀਂ ਇਹ ਦੇਖ ਸਕਦੇ ਹਾਂ ਵੀ ਜਿਹੜੀ ਇਹ ਡਿਮਾਂਡ ਆਈ ਹੈਗੀ ਹੈ ਖਾਲਿਸਤਾਨ ਦੀ, ਸਿਰਫ ਇੰਨਾ ਕੀ ਹੈਗਾ, ਉਹਨੂੰ ਕੋਈ ਮਾਸ ਬੇਸ ਅਸੀਂ ਕਹੀਏ ਹੈ, ਉਹ ਅਸੀਂ ਨਹੀਂ ਦੇਖ ਸਕਦੇ। ਪਰ ਵਿਪਨ ਜੀ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਦੇ ਵਿੱਚ ਅਜਿਹਾ ਕੁਝ ਮਾਹੌਲ ਨਹੀਂ ਹੈਗਾ ਤੇ ਸਾਰੇ ਲੋਕ ਬੜੇ ਸਹੀ ਤਰੀਕੇ ਨਾਲ ਰਹਿੰਦੇ ਆ, ਤੇ ਈਵਨ ਅਸੀਂ ਦੇਖਦੇ ਹਾਂ ਜਦੋਂ ਸਿੱਖੀਜ਼ਮ ਨੂੰ ਅਸੀਂ ਸਟੱਡੀ ਕਰਦੇ ਹਾਂ ਤਾਂ ਅਸੀਂ ਇਹ ਦੇਖਦੇ ਹਾਂ ਵੀ ਉਹ ਬਾਕੀ ਰਿਲੀਜਨਸ ਨਾਲੋਂ ਕਾਫੀ ਐਡਵਾਂਸਡ ਵੀ ਹੈਗਾ, ਵਿਗਿਆਨ ਦੇ ਕਾਫੀ ਨੇੜੇ ਹੈਗਾ। ਲੇਕਿਨ ਫਿਰ ਵੀ ਅਸੀਂ ਨਾਲ ਦੀ ਨਾਲ ਇਹ ਵੀ ਦੇਖਦੇ ਹਾਂ ਕਿ ਭਿੰਡਰਾਂ ਵਾਲੇ ਦੇ ਥਰੂ ਪਹਿਲਾਂ ਇਹ ਡਿਮਾਂਡ ਉੱਠੀ ਸੀ, ਇਹਨਾਂ ਦਿਨਾਂ ਦੇ ਵਿੱਚ ਇਹੀ ਅਪਸਰ ਜਿਹੜਾ ਹੈਗਾ ਇਹਨਾਂ ਜਿਹੜੇ ਮੁੱਠੀ ਭਰ ਲੋਕ ਹੈਗੇ ਨੇ ਉਹਨਾਂ ਦੇ ਵੱਲੋਂ ਹੋਇਆ, ਤੇ ਇਹ ਬਾਰ-ਬਾਰ ਹੋ ਰਿਹਾ, ਇਹਦੇ ਕੀ ਕਾਰਨ ਨੇ? ਦੇਖੋ, ਇਹ ਬਾਰ-ਬਾਰ ਸਾਨੂੰ ਦਿਖਦਾ ਹੁੰਦਾ ਹੈ ਬਕਾਇਦਾ, ਤੇ ਮੈਨੂੰ ਇਹ ਲੱਗਦਾ ਵੀ ਇਹ ਰਿਐਕਸ਼ਨ ਦੇ ਵਜੋਂ ਹੁੰਦਾ ਹੈ। ਰਿਐਕਸ਼ਨ ਦੇ ਵਜੋਂ ਮੀਨਸ ਕਿ ਜਦ ਕਿਸੇ ਮੈਜੋਰਿਟੇਰੀਅਨ ਜਿਹੜੇ ਫੰਡਾਮੈਂਟਲਿਸਟ ਹੈਗੇ, ਜਿਵੇਂ ਮੈਂ ਪਹਿਲਾਂ ਹੀ ਗੱਲ ਕੀਤੀ ਹੈ ਵੀ ਤੁਹਾਨੂੰ ਕੱਟੜਪੰਥੀ ਹਰ ਧਰਮ ਦੇ ਵਿੱਚ ਮਿਲਣਗੇ, ਜਿਹੜਾ ਮੈਜੋਰਿਟੀ ਰਿਲੀਜੀਅਸ ਸੈਕਸ਼ਨ ਹੈਗਾ ਉਹਦੇ ਵਿੱਚ ਜਿਹੜੇ ਕੱਟੜਪੰਥੀ ਹੈਗੇ, ਜਦ ਉਹਨਾਂ ਦੇ ਵੱਲੋਂ ਕੋਈ ਐਕਸ਼ਨ ਹੁੰਦਾ, ਉਹਨਾਂ ਦੇ ਵੱਲੋਂ ਕੋਈ ਇਸ ਤਰ੍ਹਾਂ ਦੀ ਗੱਲਾਂ ਸਾਡੇ ਸਾਹਮਣੇ ਆਉਂਦੀਆਂ ਨੇ, ਉਸ ਤੋਂ ਬਾਅਦ ਇਹ ਰਿਐਕਸ਼ਨ ਸਾਨੂੰ ਮਾਈਨੋਰਿਟੀ ਕਮਿਊਨਿਟੀ ਵੱਲੋਂ ਦੇਖਣ ਨੂੰ ਮਿਲਦਾ ਹੈ। ਫੋਰ ਐਗਜ਼ਾਮਪਲ, ਜਿਹੜਾ ਰੀਸੈਂਟ ਦੌਰ ਸਾਰਾ ਚੱਲਦਾ ਹੈ 5-7 ਸਾਲਾਂ ਤੋਂ ਖਾਸ ਤੌਰ ਦੇ ਵਿੱਚ, ਇਹਦੇ ਵਿੱਚ ਜਿਹੜਾ ਸਾਡੇ ਦੇਸ਼ ਦੇ ਵਿੱਚ ਹਿੰਦੂ ਮੈਜੋਰਿਟੀ ਰਿਲੀਜਨ ਹੈਗਾ ਇੱਕ, ਤੇ ਜਿਹੜੇ ਉਹਦੇ ਵਿੱਚ ਇੱਕ ਮੁੱਠੀ ਭਰ ਸੈਕਸ਼ਨ ਹੈਗਾ ਕੱਟੜਪੰਥੀਆਂ ਦਾ, ਉਹਨਾਂ ਦੇ ਵੱਲੋਂ ਅਸੀਂ ਲਗਾਤਾਰ ਦੇਖਦੇ ਹਾਂ ਕਿ ਥ੍ਰੈਟ ਮਾਈਨੋਰਿਟੀ ਸੈਕਸ਼ਨ ਨੂੰ ਜਾਂਦਾ ਰਹਿੰਦਾ। ਉਹਨਾਂ ਦੀ ਸਭਾਵਾਂ ਹੁੰਦੀਆਂ ਨੇ, ਕੋਈ ਬਜਰੰਗ ਦਲ ਦੇ ਨਾਂ ਤੇ ਜਾਂ ਕੋਈ ਹਿੰਦੂ ਮਹਾਸਭਾ ਦੇ ਨਾਂ ਤੇ, ਅਸੀਂ ਉਹਨਾਂ ਸਭਾਵਾਂ ਦੇ ਵਿੱਚ ਲਗਾਤਾਰ ਦੇਖਿਆ ਵੀ ਉਹ ਓਪਨ ਥ੍ਰੈਟ ਦਿੰਦੇ ਨੇ ਕਿ ਅਸੀਂ ਨਸਲਾਂ ਦੀ ਨਸਲਾਂ ਖਤਮ ਕਰ ਦਿਆਂਗੇ। ਉਹਨਾਂ ਦੀ ਜਿਹੜੀ ਇਹ ਸਭਾਵਾਂ ਹੁੰਦੀਆਂ ਨੇ, ਜਿਹੜੀ ਹੇਟ ਸਪੀਚ ਹੁੰਦੀਆਂ ਨੇ, ਉਹਦਾ ਸੁਪਰੀਮ ਕੋਰਟ ਨੇ ਕੋਗਨੀਜ਼ੈਂਸ ਵੀ ਲਿੱਤਾ ਹੈ ਤੇ ਸਟੇਟਸ ਨੂੰ, ਸੈਂਟਰ ਨੂੰ ਡਾਇਰੈਕਸ਼ਨ ਦਿੱਤੀ ਵੀ ਨਾ ਤੇ ਬਣਦੀ ਕਾਰਵਾਈ ਕੀਤੀ ਜਾਵੇ, ਉਸ ਤੋਂ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੁੰਦੀ ਹੈ। ਤੇ ਜਦ ਮਾਈਨੋਰਿਟੀ ਸੈਕਸ਼ਨ ਇਹ ਸਾਰੇ ਹਿਸਾਬ ਕਿਤਾਬ ਨੂੰ ਆਪਣੇ ਆਸ-ਪਾਸ ਦੇਖਦਾ ਹੈ, ਉਹਨਾਂ ਦੇ ਵਿੱਚ ਇੱਕ ਸਾਈਕੀ ਫੇਅਰ ਦੀ ਬਣਦੀ ਹੈ, ਤੇ ਉਹ ਜਿਹੜਾ ਫੇਅਰ ਵਾਲਾ ਮਾਹੌਲ ਹੈਗਾ ਉਹਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦੇ ਨੇ ਉਸੇ ਮਾਈਨੋਰਿਟੀ ਸੈਕਸ਼ਨ ਦੇ ਜਿਹੜੇ ਕੱਟੜਪੰਥੀ ਨੇ। ਤੁਸੀਂ ਇੱਕ ਗੱਲ ਨੋਟਿਸ ਕਰੋਗੇ, ਜਿਹੜੇ ਇਹ ਮਾਈਨੋਰਿਟੀ ਸੈਕਸ਼ਨ ਦੇ ਜਿਹੜੇ ਫੰਡਾਮੈਂਟਲਿਸਟ ਹੈਗੇ ਨੇ, ਇਹ ਕਦੇ ਵੀ ਹਿੰਦੂ ਰਾਸ਼ਟਰ ਦੀ ਡਿਮਾਂਡ ਨੂੰ ਗਲਤ ਨਹੀਂ ਕਹਿੰਦੇ। ਉਹ ਕਦੇ ਨਹੀਂ ਕਹਿੰਦੇ ਵੀ ਜਿਹੜੀ ਇਹ ਗੱਲ ਕਰਦੇ ਨੇ ਇਹ ਗੱਲ ਗਲਤ ਹੈ, ਰਾਦਰ ਉਹ ਇਹ ਕਹਿੰਦੇ ਵੀ ਕਿਉਂਕਿ ਇਹ ਹਿੰਦੂ ਰਾਸ਼ਟਰ ਦੀ ਡਿਮਾਂਡ ਕਰਦੇ ਨੇ ਤਾਂ ਸਾਡੀ ਡਿਮਾਂਡ ਵੀ ਜਾਇਜ਼ ਹੈਗੀ ਹੈ। ਹਿੰਦੂ ਰਾਸ਼ਟਰ ਦੀ ਡਿਮਾਂਡ ਜਿਹੜੀ ਜਿਹੜਾ ਮੈਜੋਰਿਟੇਰੀਅਨ ਫੰਡਾਮੈਂਟਲਿਜ਼ਮ ਹੈਗਾ ਉਹਨਾਂ ਦੇ ਵੱਲੋਂ ਉੱਠਦੀ ਹੈ, ਉਹ ਇਹਨਾਂ ਨੂੰ ਰਾਦਰ ਫਿਊਲ ਦਾ ਕੰਮ ਕਰਦੀ ਹੈ ਜੀ। ਤੇ ਤਾਂ ਹੀ ਇਹ ਡਿਮਾਂਡ ਅਸੀਂ ਕਹਿੰਦੇ ਵੀ ਬਾਰ-ਬਾਰ ਉੱਠਦੀ ਹੈ ਜਦ ਦੇਸ਼ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਮਾਹੌਲ ਬਣਦਾ ਹੈ, ਮਾਈਨੋਰਿਟੀ ਸੈਕਸ਼ਨ ਆਪਣੇ ਆਪ ਨੂੰ ਅਨਸਿਕਿਉਰ ਜਾਂ ਇਸ ਤਰ੍ਹਾਂ ਦਾ ਕੁਝ ਫੀਲ ਕਰਦੀ ਹੈ, ਤਾਂ ਉਸੇ ਗਰੁੱਪ ਦੇ ਵਿੱਚ ਕੁਝ ਕੱਟੜਪੰਥੀ ਇਸ ਮੌਕੇ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦੇ ਨੇ ਜੀ। ਤੇ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਇਹ ਇੱਕ ਰਿਐਕਸ਼ਨ ਹੁੰਦਾ, ਉਹਨਾਂ ਨੂੰ ਜਾਨੀ ਕਿ ਇਦਾਂ ਲੱਗੀ ਵੀ ਉਹਨਾਂ ਨੂੰ ਪਹਿਲਾਂ ਉਹ ਬਾਰ-ਬਾਰ ਟੀਜ਼ ਕੀਤਾ ਜਾਂਦਾ ਤੇ ਉਹਦੇ ਵਿੱਚ ਰਿਐਕਸ਼ਨ ਦੇ ਵਿੱਚੋਂ ਉਹ ਗੱਲ ਉਠਾਉਂਦੇ ਆ। ਪਰ ਕੀ ਇਸ ਦੇ ਪਿੱਛੇ ਕੋਈ ਏਜੰਸੀ ਵੀ ਹੁੰਦੀ ਆ, ਕੋਈ ਉਹਦੇ ਪਿੱਛੇ ਪੋਲੀਟੀਕਲ ਲੋਕ ਵੀ ਹੁੰਦੇ ਨੇ ਜਿਹੜੇ ਉਸ ਨੂੰ ਪੈਦਾ ਕਰਦੇ ਨੇ? ਜਿੱਦਾਂ ਇਹ ਪੰਜਾਬ ਦੇ ਪ੍ਰਸਪੈਕਟ ਦੇ ਵਿੱਚ ਅਸੀਂ ਦੇਖੀਏ ਕਿ ਸੈਂਟਰ ਦੀ ਕੋਈ ਸਰਕਾਰ ਹੋ ਗਈ, ਕੋਈ ਪਾਰਟੀ ਹੋ ਗਈ ਜਿਹੜੀ ਪੰਜਾਬ ਦੇ ਵਿੱਚ ਇਹਨੂੰ ਵਧਾ ਰਹੀ ਹੋਵੇ, ਅਜਿਹਾ ਵੀ ਹੈ ਕੁਝ? ਦੇਖੋ, ਜਿਹੜੀ ਹੁਣ ਮੌਕੇ ਦੀ ਸੈਂਟਰ ਦੀ ਗਵਰਨਮੈਂਟ ਹੈਗੀ ਹੈ, ਬੀਜੇਪੀ ਦੀ ਸਰਕਾਰ ਉੱਥੇ ਹੈਗੀ, ਸਾਨੂੰ ਪਤਾ ਹੈ ਉਹ ਇੱਕ ਹਿੰਦੂਤਵ ਦੇ ਏਜੰਡੇ ਨੂੰ ਫੋਲੋ ਕਰਦੀ ਹੈ ਤੇ ਉਹ ਆਰਐਸਐਸ ਦਾ ਪੋਲੀਟੀਕਲ ਵਿੰਗ ਹੈਗੀ ਆ, ਉਹਨਾਂ ਦਾ ਮੇਨ ਏਜੰਡਾ ਹਿੰਦੂਤਵ ਦਾ ਹੈਗਾ। ਪੰਜਾਬ ਦੇ ਵਿੱਚ ਬੀਜੇਪੀ ਨੂੰ ਵੋਟਾਂ ਨਹੀਂ ਪੈਂਦੀਆਂ, ਅਸੀਂ ਜਾਣਦੇ ਹਾਂ, ਤੇ ਬੀਜੇਪੀ ਨੂੰ ਇੱਥੇ ਜ਼ਿਆਦਾ ਪਸੰਦ ਵੀ ਨਹੀਂ ਕੀਤਾ ਜਾਂਦਾ। ਤੇ ਕਿਤੇ ਨਾ ਕਿਤੇ ਹੋ ਸਕਦਾ ਉਹਨਾਂ ਦੀ ਪੋਲੀਟੀਕਲ ਜਿਹੜੀ ਮਨਸ਼ਾ ਹੈਗੀ ਇਸ ਤਰ੍ਹਾਂ ਦੀ ਹੋਵੇ ਵੀ ਪੰਜਾਬ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਡਿਵੀਜ਼ਨ ਕ੍ਰੀਏਟ ਕਰਕੇ ਸਿੱਖ ਭਾਈਚਾਰਾ ਜਾਂ ਹਿੰਦੂ ਭਾਈਚਾਰਾ ਦਾ ਜੇ ਡਿਵੀਜ਼ਨ ਕ੍ਰੀਏਟ ਹੁੰਦਾ, ਅਲਟੀਮੇਟਲੀ ਹੋ ਸਕਦਾ ਹੈ ਹਿੰਦੂ ਵੋਟਾਂ ਦਾ ਫਾਇਦਾ ਉਹਨਾਂ ਨੂੰ ਹੋ ਜਾਵੇ। ਤੇ ਅਸੀਂ ਇਸ ਤੋਂ ਇਨਕਾਰ ਨਹੀਂ ਕਰ ਸਕਦੇ, ਕਿਉਂਕਿ ਜਦ ਵੀ ਅਸੀਂ ਦੇਖਦੇ ਹਾਂ ਸਾਡੇ ਸਮਾਜ ਦੇ ਵਿੱਚ ਕੋਈ ਰਿਲੀਜਨ ਦੇ ਬੇਸ ਤੇ ਡਿਵਾਈਡ ਹੁੰਦਾ ਹੈ, ਉਹਦੇ ਪਿੱਛੇ ਕਿਤੇ ਨਾ ਕਿਤੇ ਪੋਲੀਟੀਕਲ ਰੀਜ਼ਨ ਹੁੰਦੇ ਹੀ ਨੇ ਜੀ। ਤੁਹਾਡੀ ਗੱਲ ਦੇ ਨਾਲ ਮੈਂ ਇੱਕ ਥੋੜਾ ਇਹਦੇ ਵਿੱਚ ਹੋਰ ਐਡ ਕਰਨੀ ਚਾਹਾਂਗਾ ਕਿ ਜਿਸ ਤਰ੍ਹਾਂ ਕਿ ਅਸੀਂ ਬੀਜੇਪੀ ਦਾ ਖਾਸ ਕਰਕੇ ਜਿਹੜਾ ਸਟਰਕਚਰ ਦੇਖਦੇ ਹਾਂ, ਉਹਦਾ ਮੋਡਸ ਆਪਰੈਂਡੀ ਦੇਖਦੇ ਹਾਂ, ਤੇ ਉਹਨੇ ਜਿੱਥੇ ਵੀ ਗਈ ਹੈਗੀ ਆ ਉਹਨਾਂ ਨੇ ਉੱਥੇ ਪੋਲਰਾਈਜੇਸ਼ਨ ਕੀਤੀ ਆ, ਕਿਉਂਕਿ ਜਦੋਂ ਪੋਲਰਾਈਜੇਸ਼ਨ ਹੋਏਗੀ ਤੇ ਜਿਹੜੀ ਵੋਟ ਹੋਏਗੀ ਉਹ ਕੰਸੋਲੀਡੇਟ ਹੋ ਜਾਏਗੀ। ਤੇ ਕਿਉਂਕਿ ਇੱਥੇ ਪੰਜਾਬ ਦੇ ਵਿੱਚ ਸਿੱਖ ਅਤੇ ਹਿੰਦੂ ਜਿਹੜੇ ਹੈਗੇ ਆ, ਪੋਲਰਾਈਜੇਸ਼ਨ ਦੋਹਾਂ ਦੇ ਵਿਚਕਾਰ ਹੋਣੀ ਆ, ਤੇ ਇਸੇ ਪੋਲਰਾਈਜੇਸ਼ਨ ਦੇ ਏਜੰਡੇ ਦੇ ਤਹਿਤ ਵੀ ਹੋ ਸਕਦਾ ਅਜਿਹਾ ਕੁਝ ਕੀਤਾ ਜਾ ਰਿਹਾ ਹੋਵੇ, ਇਹ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਮੇਰਾ ਅਗਲਾ ਸਵਾਲ ਹੈ, ਇੱਕ ਪਾਸੇ ਇੰਡੀਆ ਦੇ ਵਿੱਚ ਗੱਲ ਹੁੰਦੀ ਆ ਹਿੰਦੂ ਰਾਸ਼ਟਰ ਦੀ, ਸੰਵਿਧਾਨ ਕਹਿੰਦਾ ਅਸੀਂ ਸਾਰੇ ਇਕੱਠੇ ਹਾਂ, ਕੋਈ ਹਿੰਦੂ ਰਾਸ਼ਟਰ ਨਾਂ ਦੀ ਕੋਈ ਚੀਜ਼ ਨਹੀਂ, ਲੇਕਿਨ ਹਿੰਦੂ ਰਾਸ਼ਟਰ ਦੀ ਗੱਲ ਹੁੰਦੀ ਆ। ਪੰਜਾਬ ਦੇ ਵਿੱਚ ਗੱਲ ਹੁੰਦੀ ਆ ਖਾਲਿਸਤਾਨ ਦੀ। ਕੀ ਇਹ ਦੋਏ ਸੇਮ ਚੀਜ਼ ਹੈਗੀ ਆ? ਹਿੰਦੂ ਰਾਸ਼ਟਰ ਤੇ ਖਾਲਿਸਤਾਨ ਨੂੰ ਕਿਸ ਐਂਗਲ ਤੋਂ ਅਸੀਂ ਦੇਖਦੇ ਹਾਂ? ਕੀ ਇਹ ਡਿਮਾਂਡ ਜਿਹੜੀ ਹੈਗੀ ਆ ਸੰਵਿਧਾਨ ਦੀ ਨਜ਼ਰ ਦੇ ਵਿੱਚ ਦੋਹਾਂ ਦੀ ਇੱਕੋ ਤਰ੍ਹਾਂ ਦੀ ਨਹੀਂ ਹੈ?
ਦੇਖੋ ਤੁਹਾਡਾ ਸਵਾਲ ਬੜਾ ਵਾਜਿਬ ਹੈ ਤੇ ਅਸੀਂ ਇੱਕ ਫਰਕ ਇਹਨਾਂ ਦੇ ਵਿੱਚ ਕਰ ਲਈਏ। ਇਹਨਾਂ ਦੇ ਵਿੱਚੋਂ ਇੱਕ ਤਾਂ ਡਿਮਾਂਡ ਹੈਗੀ ਹੈ ਜੀ, ਦੂਜੀ ਡੈਕਲੇਰੇਸ਼ਨ ਹੈ। ਡੈਕਲੇਰੇਸ਼ਨ ਮੀਨਸ ਜਦ ਹਿੰਦੂ ਰਾਸ਼ਟਰ ਦੀ ਗੱਲ ਹੁੰਦੀ ਹੈ ਉਹਦੀ ਕੋਈ ਡਿਮਾਂਡ ਨਹੀਂ ਉੱਠਦੀ। ਜਿਹੜੇ ਲੋਕ ਇਹਨੂੰ ਸਪੋਰਟ ਕਰਦੇ ਨੇ ਹਿੰਦੂ ਰਾਸ਼ਟਰ ਨੂੰ, ਉਹ ਇਹ ਨਹੀਂ ਕਹਿੰਦੇ ਸਾਨੂੰ ਹਿੰਦੂ ਰਾਸ਼ਟਰ ਚਾਹੀਦਾ ਹੈ, ਉਹ ਡਿਕਲੇਅਰ ਕਰਦੇ ਨੇ ਵੀ ਇੰਡੀਆ ਤਾਂ ਆਲਰੇਡੀ ਹਿੰਦੂ ਰਾਸ਼ਟਰ ਹੈਗਾ। ਤੇ ਜਿਹੜੀ ਡਿਕਲੇਰੇਸ਼ਨ ਹੈ ਉਹਨਾਂ ਦੀ ਪਾਵਰ ਵਿੱਚੋਂ ਨਿਕਲਦੀ ਹੈ, ਉਹਨਾਂ ਦੀ ਜਿਹੜੀ ਉਹ ਹੈਜਮਨੀ ਲਾਣਾ ਚਾਹੁੰਦੀ ਹੈ ਆਪਣੀ ਮੈਜੋਰਿਟੇਰੀਅਨ ਅਥਾਰਟੀ ਦਾ, ਉਹਦੇ ਵੱਲੋਂ ਨਿਕਲਦੀ ਹੈ। ਜਿਹੜੀ ਉਹ ਸੁਪਰੀਮੈਸੀ ਥੋਪਣਾ ਚਾਹੁੰਦੇ ਆ ਉਹਦੇ ਵਿੱਚੋਂ ਇਹ ਗੱਲ ਆਉਂਦੀ ਹੈ। ਉਹ ਕਦੇ ਨਹੀਂ ਕਹਿੰਦੇ ਸਾਨੂੰ ਹਿੰਦੂ ਰਾਸ਼ਟਰ ਚਾਹੀਦਾ ਹੈ, ਉਹ ਕਹਿੰਦੇ ਇੰਡੀਆ ਤਾਂ ਆਲਰੇਡੀ ਇੱਕ ਹਿੰਦੂ ਰਾਸ਼ਟਰ ਹੈਗਾ ਹੀ ਹੈ, ਗੱਲ ਸਿਰਫ ਇਹਨੂੰ ਕਾਗਜ਼ਾਂ 'ਤੇ ਡਿਕਲੇਅਰ ਕਰਨ ਦੀ ਹੈਗੀ ਹੈ। ਉਹ ਕਰਦੇ ਇਸ ਗੱਲ ਨੂੰ ਡਿਕਲੇਅਰ। ਜਿਹੜੀ ਖਾਲਿਸਤਾਨ ਦੀ ਡਿਮਾਂਡ ਦੀ ਗੱਲ ਹੈ, ਇੱਥੇ ਡਿਮਾਂਡ ਉੱਠਦੀ ਹੈ। ਡਿਮਾਂਡ ਹਮੇਸ਼ਾ ਇੱਕ ਵੀਕਰ ਸੈਕਸ਼ਨ ਵੱਲੋਂ ਆਉਂਦੀ ਹੈ ਕਿ ਸਾਨੂੰ ਇਹ ਚਾਹੀਦਾ ਹੈ। ਤੇ ਖਾਲਿਸਤਾਨ ਦੀ ਡਿਮਾਂਡ ਤੇ ਹਿੰਦੂ ਰਾਸ਼ਟਰ ਦੀ ਡਿਕਲੇਰੇਸ਼ਨ ਆਪਣੇ ਆਪ ਦੇ ਵਿੱਚ ਇਹਨਾਂ ਦੇ ਵਿੱਚ ਬਹੁਤ ਫਰਕ ਹੈ। ਇੱਕ ਆਪਣੀ ਸੁਪਰੀਮੈਸੀ ਥੋਪਣ ਦੀ ਗੱਲ ਹੈ, ਇੱਕ ਜਿਹੜੀ ਦੂਜੀ ਜਿਹੜੀ ਡਿਮਾਂਡ ਹੈ ਖਾਲਿਸਤਾਨ ਦੀ, ਉਹ ਸੁਪਰੀਮੈਸੀ ਜਿਹੜੀ ਥੋਪਣ ਦੀ ਕੋਸ਼ਿਸ਼ ਹੈ ਉਸ ਤੋਂ ਬਚਣ ਕਰਕੇ ਇੱਕ ਉਹ ਸਟੈਪ ਲੈਣਾ ਚਾਹੁੰਦੇ ਵੀ ਕਿਉਂਕਿ ਸਾਡਾ ਇੱਥੇ ਗੁਜ਼ਾਰਾ ਨਹੀਂ ਚੱਲਣਾ, ਸਾਨੂੰ ਤਾਂ ਅਲੱਗ ਦੇਸ਼ ਚਾਹੀਦਾ ਹੈ। ਉਹਦੇ ਵਿੱਚੋਂ ਇਹ ਰਿਐਕਸ਼ਨ ਦੇ ਵਜੋਂ ਨਿਕਲਦਾ ਜੀ, ਜਿਹਨੂੰ ਅਸੀਂ ਕਹਿੰਦੇ ਆਪਣੇ ਵਜੂਦ ਦੀ ਲੜਾਈ, ਵਜੂਦ ਦੀ ਲੜਾਈ ਹੈਗੀ। ਉਹ ਸ਼ੋਅ ਕਰਦੇ ਆ ਵੀ ਅਸੀਂ ਵੀ ਇੱਥੇ ਜਿਉਂਦੇ ਆ, ਸਾਨੂੰ ਵੀ ਹਿੱਸਾ ਚਾਹੀਦਾ ਹੈ। ਬਿਲਕੁਲ। ਜੇ ਅਸੀਂ ਇਹਦੇ ਵਿੱਚ ਮੈਂ ਹੋਰ ਤੁਹਾਡਾ ਜਿਹੜਾ ਸਵਾਲ ਸੀਗਾ ਵੀ ਕਨਸਟੀਟਿਊਸ਼ਨ ਇਹਦੇ ਬਾਰੇ ਕੀ ਕਹਿੰਦਾ ਜਾਂ ਕਾਨੂੰਨ ਇਹਦੇ ਬਾਰੇ ਕੀ ਕਹਿੰਦਾ, ਦੇਖੋ ਕਨਸਟੀਟਿਊਸ਼ਨ ਸਾਡਾ ਬਹੁਤ ਕਲੀਅਰ ਹੈਗਾ ਇਹਦੇ ਬਾਰੇ। ਇੰਡੀਆ ਇੱਕ ਡੈਮੋਕ੍ਰੈਟਿਕ ਤੇ ਰਿਪਬਲਿਕ ਕੰਟਰੀ ਹੈਗਾ ਤੇ ਮੈਨੂੰ ਲੱਗਦਾ ਡੈਮੋਕ੍ਰੈਟਿਕ ਹੋਣ ਤੋਂ ਵੀ ਜ਼ਿਆਦਾ ਇਸ ਗੱਲ ਦੀ ਸਾਨੂੰ ਖੁਸ਼ੀ ਹੋਣੀ ਚਾਹੀਦੀ ਵੀ ਸਾਡਾ ਦੇਸ਼ ਇੱਕ ਰਿਪਬਲਿਕ ਕੰਟਰੀ ਵੀ ਹੈਗਾ। ਡੈਮੋਕ੍ਰੇਸੀ ਅਸੀਂ ਕਿਸ ਚੀਜ਼ ਨੂੰ ਕਹਿੰਦੇ ਵੀ ਠੀਕ ਹੈ, ਲੋਕਾਂ ਨੇ ਆਪਣੀ ਸਰਕਾਰ ਚੁਣ ਲਈ ਤੇ ਜਿਨ੍ਹਾਂ ਨੇ ਜ਼ਿਆਦਾ ਲੋਕਾਂ ਨੇ ਜਿਹਨੂੰ ਵੋਟ ਪਾਤੀ ਉਹ ਤੁਹਾਨੂੰ ਲੀਡ ਕਰ ਲੂਗਾ। ਇਹਦੇ ਵਿੱਚ ਕਈ ਵਾਰੀ ਗਲਤੀਆਂ ਵੀ ਹੋ ਜਾਂਦੀਆਂ ਨੇ, ਹੋ ਸਕਦਾ ਹੈ ਵੀ ਮੈਜੋਰਿਟੀ ਜਿਹੜੇ ਲੋਕ ਹੈ ਗਲਤ ਸਰਕਾਰ ਚੁਣ ਲੈਣ ਜਾਂ ਕੁਛ ਹੈ। ਉਸ ਤੋਂ ਬਾਵਜੂਦ ਵੀ ਜਿਹੜਾ ਰਿਪਬਲਿਕ ਹੋਣਾ ਹੈ ਉਹ ਇੱਕ ਇੰਡੀਵਿਜੂਅਲ ਦੀ ਵੀ ਪ੍ਰੋਟੈਕਸ਼ਨ ਕਰਦਾ ਹੈ, ਉਹ ਇੱਕ ਜਿਹੜੀ ਮਾਈਨੋਰਿਟੀ ਸੈਕਸ਼ਨ ਹੈ ਉਹਦੀ ਵੀ ਪ੍ਰੋਟੈਕਸ਼ਨ ਕਰੂਗਾ। ਤਾਂ ਸਾਡਾ ਦੇਸ਼ ਕਿਉਂਕਿ ਇੱਕ ਰਿਪਬਲਿਕ ਕੰਟਰੀ ਹੈਗਾ, ਤਾਂ ਰਿਪਬਲਿਕ ਹੋਣ ਦੇ ਨਾਲ ਨਾਲ ਉਹਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਚਾਹੇ ਦੇਸ਼ ਦੇ ਵਿੱਚ ਸਰਕਾਰ ਜਿਹੜੀ ਮਰਜ਼ੀ ਆ ਜੇ, ਚਾਹੇ ਮੈਜੋਰਿਟੀ ਦਾ ਸੁਭਾਅ ਜਿਸ ਤਰ੍ਹਾਂ ਮਰਜ਼ੀ ਦਾ ਹੋਵੇ, ਮੂਡ ਜਿਸ ਤਰ੍ਹਾਂ ਮਰਜ਼ੀ ਦਾ ਹੋਵੇ, ਬਟ ਬੀਇੰਗ ਰਿਪਬਲਿਕ, ਕਿਉਂਕਿ ਜਿਹੜਾ ਭਾਰਤ ਦੇਸ਼ ਹੈਗਾ ਉਹ ਰੂਲਡ ਬਾਈ ਕਨਸਟੀਟਿਊਸ਼ਨ ਹੈ, ਤਾਂ ਕਨਸਟੀਟਿਊਸ਼ਨ ਨੇ ਤੇ ਰਿਪਬਲਿਕ ਨੇ ਮਾਈਨੋਰਿਟੀ ਨੂੰ ਤੇ ਜਿਹੜਾ ਵੀਕਰ ਸੈਕਸ਼ਨ ਹੈ ਉਹਨਾਂ ਨੂੰ ਪ੍ਰੋਟੈਕਟ ਕਰਨਾ ਹੀ ਕਰਨਾ। ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਵੀ ਹੈਗਾ ਵੀ ਉਹ ਰਿਐਕਸ਼ਨ, ਇੱਕ ਪਾਸੇ ਐਕਸ਼ਨ ਹੈ, ਇੱਕ ਪਾਸੇ ਡੈਕਲੇਰੇਸ਼ਨ ਹੈ, ਇੱਕ ਪਾਸੇ ਰਿਐਕਸ਼ਨ ਹੈ, ਉਹਦੀ ਡਿਮਾਂਡ ਹੈ, ਇੱਕ ਪਾਸੇ ਡੈਕਲੇਰੇਸ਼ਨ, ਇੱਕ ਪਾਸੇ ਡਿਮਾਂਡ ਹੈ। ਜੇ ਅਸੀਂ ਥੋੜਾ ਜਿਹਾ ਪਿੱਛੇ ਨੂੰ ਪਰਤ ਲਈਏ, ਅਸੀਂ ਕਿਸੇ ਵੇਲੇ ਪਾਕਿਸਤਾਨ ਦੀ ਡਿਮਾਂਡ ਇੱਥੇ ਇੰਡੀਆ ਦੇ ਵਿੱਚ ਉੱਠੀ ਸੀ ਤੇ ਉਸ ਡਿਮਾਂਡ ਨੂੰ ਦੇ ਵੀ ਅਸੀਂ ਕ੍ਰੋਨੋਲੋਜੀ ਦੇ ਵਿੱਚ ਜਾਈਏ ਤਾਂ ਅਸੀਂ ਦੇਖਦੇ ਹਾਂ ਕਿ 1901 ਦੇ ਵਿੱਚ ਭਾਈ ਪਰਮਾਨੰਦ ਜੀ ਸੀਗੇ, ਉਹਨਾਂ ਵੱਲੋਂ ਉਹਦੇ ਬਾਅਦ ਵੀਡੀ ਸਵਰਕਰ ਵੱਲੋਂ ਇਹ ਗੱਲ ਉੱਠੀ ਕਿ ਹਿੰਦੂ ਅਤੇ ਮੁਸਲਮਾਨ ਦੋ ਅਲੱਗ-ਅਲੱਗ ਕੌਮਾਂ ਨੇ, ਇਹ ਅੱਡ ਹੀ ਹੋਣੀਆਂ ਚਾਹੀਦੀਆਂ ਨੇ। ਅਸੀਂ 1925 ਤੱਕ ਪਹੁੰਚਦੇ ਅਸੀਂ ਦੇਖਦੇ ਹਾਂ ਕਿ ਇਹ ਜਿਹੜਾ ਹੈਗਾ ਬਹੁਤ ਜ਼ਿਆਦਾ ਖੜਾ ਹੋ ਜਾਂਦਾ ਤੇ ਇੱਕ ਥਾਂ ਦੇ ਉੱਪਰ ਜਾ ਕੇ ਜਿਹੜੀ ਪਾਕਿਸਤਾਨ ਦੀ ਡਿਮਾਂਡ ਉੱਠਦੀ ਆ 1935 ਦੇ ਨੇੜੇ ਤੇੜੇ ਇਕਬਾਲ ਜਾਂ ਜਿਨਾਹ ਵੱਲੋਂ ਉੱਠਦੀ ਆ। ਉਸ ਤੋਂ ਪਹਿਲਾਂ ਜਿਹੜੀ ਤੁਸੀਂ ਐਕਸ਼ਨ ਅਤੇ ਰਿਐਕਸ਼ਨ ਦੀ ਗੱਲ ਕਰਦੇ ਹੋ, ਜਿਹੜੀ ਉਹ ਡਿਮਾਂਡ ਜਿਹੜੀ ਪਾਕਿਸਤਾਨ ਦੀ ਵੀ ਉੱਠੀ, ਉਹ ਇੱਕ ਤਰੀਕੇ ਨਾਲ ਜਦੋਂ ਬਾਰ-ਬਾਰ ਉਕਸਾਇਆ ਗਿਆ, ਬਾਰ-ਬਾਰ ਦਬਾਇਆ ਹੋਇਆ, ਤਾਂ ਉਹਦੇ ਵਿੱਚੋਂ ਉੱਠੀ ਤੇ ਉਹਨੇ ਇੰਡੀਆ ਦੇ ਵਿੱਚ ਕਿੰਨਾ ਖੂਨ ਖਰਾਬਾ ਚੱਲਿਆ ਕਿ ਅਸੀਂ 30-40 ਲੱਖ ਲੋਕ ਉਸ ਵੇਲੇ ਮਾਰੇ ਗਏ, ਦੋ ਚੰਗੇ ਭਲੇ ਵਸਦੇ ਹੋਏ ਕੰਟਰੀ ਵੰਡੇ ਗਏ ਤੇ ਉਹ ਕੁਛ ਹੋਇਆ। ਇਹ ਜਦੋਂ ਅਜਿਹੇ ਕੁਛ ਹੋ ਰਿਹਾ ਦੇਸ਼ ਦੇ ਵਿੱਚ ਤਾਂ ਸਾਨੂੰ ਸਾਡਾ ਜਿਹੜਾ ਇਤਿਹਾਸ ਹੈਗਾ ਉਹਨੂੰ ਖੋਲ ਕੇ ਦੇਖ ਲੈਣਾ ਚਾਹੀਦਾ ਜੀ। ਮੇਰਾ ਅਗਲਾ ਸਵਾਲ, ਅੱਛਾ ਇਹਦੇ ਵਿੱਚ ਮੈਂ ਗੱਲ ਐਡ ਕਰਦਾ, ਜਿਹੜਾ ਅਸੀਂ ਆਪਣਾ ਇਤਿਹਾਸ ਦੇਖ ਚੁੱਕੇ ਹਾਂ, ਜਿਹੜਾ ਐਕਸਪੈਰੀਮੈਂਟ ਹੋ ਚੁੱਕਿਆ ਪਾਸ ਦੇ ਵਿੱਚ ਰਿਲੀਜਨ ਦੇ ਬੇਸਿਸ ਤੇ ਜਿਹੜਾ ਦੇਸ਼ ਬਣਿਆ, ਚਾਹੇ ਉਹ ਪਾਕਿਸਤਾਨ ਚਾਹੇ ਬੰਗਲਾਦੇਸ਼, ਅਸੀਂ ਦੇਖ ਚੁੱਕੇ ਹਾਂ ਅੱਜ ਦੀ ਡੇਟ ਦੇ ਵਿੱਚ ਉਹ ਜਿਹੜਾ ਐਕਸਪੈਰੀਮੈਂਟ ਉਹ ਫੇਲ ਹੋਇਆ। ਰਿਲੀਜਨ ਦੇ ਬੇਸ ਤੇ ਜਿਹੜੇ ਵੀ ਨੇਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਪਿੱਛੇ ਰਹਿ ਗਏ ਨੇ, ਉਹ ਫੇਲ ਹੋ ਗਏ ਨੇ। ਹੁਣ ਜਿਵੇਂ ਅਫਗਾਨਿਸਤਾਨ ਹੈਗਾ, ਉਹ ਆਪਣੇ ਆਪ ਨੂੰ ਫਿਰ ਉਹ ਰਿਲੀਜਨ ਦੇ ਪਾਸੇ ਹੀ ਆਪਣੇ ਆਪ ਨੂੰ ਡਿਕਲੇਅਰ ਮਤਲਬ ਉਹਨੇ ਕਰ ਦਿੱਤਾ, ਤਾਲਿਬਾਨ ਦਾ ਉੱਥੇ ਰਾਜ ਹੈਗਾ। ਤੇ ਜਿਹੜਾ ਅੱਜ ਦਾ ਟਾਈਮ ਹੈਗਾ, ਕਿਤੇ ਤਾਂ ਉਹਨੇ ਅੱਗੇ ਵਧਣਾ ਸੀਗਾ, ਉਹ ਰਾਦਰ ਆਪਣੇ 60 ਤੇ ਜਿਹੜਾ 70 ਦਾ ਦਸ਼ਕ ਦੇ ਸੀਗਾ ਉਸ ਤੋਂ ਹੀ ਪਿੱਛੇ ਆ ਚੁੱਕਿਆ ਉਹ। ਜੀ ਬਿਲਕੁਲ ਗੱਲ ਸਹੀ ਹੈਗੀ ਕਿ ਜਿਹੜੇ ਉਹੀ ਦੇਸ਼ਾਂ ਨੇ ਜ਼ਿਆਦਾ ਤਰੱਕੀ ਕੀਤੀ ਹੈ ਜਿੱਥੇ ਰਲਿਆ ਮਿਲਿਆ ਕਲਚਰ ਚੱਲਿਆ, ਕਿਉਂਕਿ ਉੱਥੇ ਅਸੀਂ ਇੱਕ ਦੂਜੇ ਨੂੰ ਵਾਚ ਕੀਤਾ ਤੇ ਉਹਨਾਂ ਕੋਲੋਂ ਸਿੱਖਦੇ ਹੋਏ ਅਸੀਂ ਅੱਗੇ ਵਧੇ ਹਾਂ। ਜਿੱਥੇ ਇੱਕੋ ਤਰ੍ਹਾਂ ਦੇ ਲੋਕ, ਇੱਕੋ ਤਰ੍ਹਾਂ ਦੇ ਧਰਮ ਦੇ ਜਾਂ ਇੱਕੋ ਜਾਤ ਦੇ ਲੋਕ ਭਰ ਦਿੱਤੇ ਗਏ, ਉੱਥੇ ਉਹ ਸਟੈਗਨੇਸ਼ਨ ਦੇ ਵਿੱਚ ਚਲੇ ਗਏ। ਤੇ ਇਹ ਸਾਡੇ ਸਾਹਮਣੇ ਪਾਕਿਸਤਾਨ ਇੱਕ ਬਹੁਤ ਵੱਡੀ ਐਗਜ਼ਾਮਪਲ ਹੈਗੀ ਜਿਹੜਾ ਕਿ ਬੁਰੀ ਤਰ੍ਹਾਂ ਨਾਲ ਫੇਲ ਹੋਇਆ। ਇਸੇ ਤਰ੍ਹਾਂ ਨਾਲ ਜੇਕਰ ਖਾਲਿਸਤਾਨ ਦੀ ਵੀ ਕਦੇ ਡਿਮਾਂਡ ਉੱਠਦੀ ਆ, ਕੁਝ ਲੋਕ ਭਾਰਤ ਨੂੰ ਡਿਕਲੇਅਰ ਕਰਨ ਦੀ ਗੱਲ ਕਰਦੇ ਨੇ, ਤਾਂ ਉਹ ਬਹੁਤ ਪਿਛਾਖੜੀ ਸੋਚ ਹੈਗੀ ਆ ਤੇ ਸਾਨੂੰ ਇਸ ਤੋਂ ਬਚਣਾ ਚਾਹੀਦਾ। ਪਿਛਲੇ ਦਿਨਾਂ ਦੇ ਵਿੱਚ ਭਾਈ ਅਮਰਪਾਲ ਜੀ ਅਤੇ ਉਹਦਾ ਜਿਹੜਾ ਗਰੁੱਪ ਹੈਗਾ, ਉਹਨਾਂ ਨੇ ਖਾਲਿਸਤਾਨ ਦੀ ਡਿਮਾਂਡ ਪੰਜਾਬ ਦੇ ਵਿੱਚ ਵਧਾਈ ਤੇ ਬਹੁਤ ਸਾਰੇ ਪਾਸਿਆਂ ਤੋਂ ਇਹ ਗੱਲ ਉੱਠੀ ਕਿ ਇਹਦਾ ਪੰਜਾਬ ਨੂੰ ਖਤਰਾ ਹੈ ਤੇ ਇਹ ਖਤਰੇ ਨੂੰ ਸਰਕਾਰ ਨੇ ਭਾਂਪ ਲਿਆ ਤੇ ਉਹਦੇ ਖਿਲਾਫ, ਉਹ ਰੈਡੀਕਲ ਤੱਤਾਂ ਦੇ ਖਿਲਾਫ ਉਹਨਾਂ ਨੇ ਐਕਸ਼ਨ ਕੀਤਾ, ਕਾਫੀ ਵੱਡਾ
ਪਲੈਨਿੰਗ ਕੀਤੀ ਤੇ ਉਸ ਤਰੀਕੇ ਨਾਲ ਉਹਨਾਂ ਨੂੰ ਅੰਦਰ ਲਗਾ ਦਿੱਤਾ, ਕੁਛ ਵਾਲੇ ਬਾਹਰ ਵੀ ਫਿਰਦੇ ਆ ਤੇ ਉਹਦੇ ਵਿੱਚ ਹੀ ਬਹੁਤ ਸਾਰੇ ਬੰਦੇ ਉਹ ਵੀ ਫੜੇ ਗਏ ਜਿਨ੍ਹਾਂ ਦੇ ਸ਼ਾਇਦ ਉਹ ਰੈਡੀਕਲ ਨਾ ਵੀ ਹੋਣ, ਸਿਰਫ ਉਹਨਾਂ ਦੇ ਨਾਲ ਤੁਰਦੇ ਫਿਰਦੇ ਸੀਗੇ। ਬਹੁਤ ਸਾਰੇ ਸਵਾਲ ਵੀ ਪੈਦਾ ਹੋਇਆ। ਇਹ ਜਿਹੜਾ ਸਰਕਾਰ ਵੱਲੋਂ ਉਹਨਾਂ ਨੂੰ ਕੰਟੇਨ ਕਰਨ ਦਾ ਤਰੀਕਾ ਸੀਗਾ, ਤੇ ਤੁਹਾਨੂੰ ਕੀ ਲੱਗਦਾ ਜਿਹੇ ਹੀ ਹੋਣਾ ਚਾਹੀਦਾ ਸੀਗਾ? ਦੇਖੋ, ਜਿਹੜੀ ਫੰਡਾਮੈਂਟਲਿਸਟ ਤਾਕਤਾਂ ਨੇ ਜਿਹੜੇ ਸਮਾਜ ਨੂੰ ਪਿੱਛੇ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਨੂੰ ਕੰਟੇਨ ਤਾਂ ਕਰਨਾ ਚਾਹੀਦਾ। ਸਰਕਾਰ ਦੀ ਜ਼ਿੰਮੇਵਾਰੀ, ਡਿਊਟੀ ਉਹਨਾਂ ਦੀ ਹੈਗੀ ਹੋਈ ਹੈ। ਪਰ ਜਿਵੇਂ ਪੰਜਾਬ ਗੌਰਮੈਂਟ ਨੇ ਇਹ ਕਾਰਵਾਈ ਕੀਤੀ ਹੈ ਅੰਮ੍ਰਿਤਪਾਲ ਦੇ ਉਹਦੇ ਗਰੁੱਪ ਨੂੰ ਕੰਟੇਨ ਕਰਨ ਦੀ, ਇਹ ਕਾਰਵਾਈ ਮੈਨੂੰ ਲੱਗਦਾ ਹੈ ਲੋੜੀਂਦਾ ਨਹੀਂ ਸੀਗੀ। ਇਹ ਬਹੁਤ ਹੀ ਅਨਪ੍ਰੋਪੋਰਸ਼ਨੇਟ ਰਹੀ ਹੈ। ਅਨਪ੍ਰੋਪੋਰਸ਼ਨੇਟ ਤਾਂ ਰਹੀ ਹੈ ਕਿਉਂਕਿ ਅਸੀਂ ਦੇਖਦੇ ਹਾਂ ਵੀ ਅੰਮ੍ਰਿਤਪਾਲ ਨੂੰ ਇੱਥੇ ਆਏ ਹੋਏ ਕਰੀਬ 1 ਸਾਲ ਦਾ ਸਮੇਂ ਹੋ ਚੁੱਕਿਆ ਹੈ ਜੀ, ਤੇ ਓਪਨਲੀ ਡਿਕਲੇਅਰ ਕਰਦੇ ਉਹਨਾਂ ਦੀ ਡਿਮਾਂਡ ਕੀ ਹੈਗੀ ਹੈ, ਤੇ ਹਮੇਸ਼ਾ ਹੀ ਉਹਦੇ ਆਲੇ ਦੁਆਲੇ ਆਰਮਡ ਪਰਸਨ ਰਹਿੰਦੇ ਸੀਗੇ ਤੇ ਉਹ ਵਾਇਲੈਂਸ ਤੋਂ ਕਦੇ ਇਨਕਾਰੀ ਨਹੀਂ ਰਹੇ। ਉਸ ਤੋਂ ਬਾਵਜੂਦ ਵੀ ਹੁਣ ਦੇਖੋ, ਜਦ ਇਹ ਸਾਰਾ ਰਿਪਰੈਸ਼ਨ ਹੋਇਆ ਤੇ ਸਰਕਾਰ ਇਸ ਗੱਲ ਨਾਲ ਆਂਦੀ, ਦੇਖੋ ਜੀ ਅਸੀਂ ਛਾਪਾ ਮਾਰਿਆ ਉਹਦੇ ਘਰ ਦੇ ਵਿੱਚ, ਤੇ ਉੱਥੇ RAF ਦੀ ਜੈਕਟਾਂ ਮਿਲੀਆਂ, ਉੱਥੇ ਟ੍ਰੇਨਿੰਗ ਸੈਂਟਰ ਮਿਲਿਆ, ਉੱਥੇ ਹਥਿਆਰਾਂ ਦੀ ਟ੍ਰੇਨਿੰਗ ਹੋਈ ਸੀਗੀ। ਤੇ ਮੈਨੂੰ ਲੱਗਦਾ ਇਹ ਤਾਂ ਤੁਹਾਡੀ ਅਚੀਵਮੈਂਟ ਤੁਹਾਡਾ ਬੜਾ ਵੱਡਾ ਫੇਲੀਅਰ ਹੈ। ਇਹ ਤੁਹਾਨੂੰ ਹਲੇ ਤੱਕ ਕਿਉਂ ਨਹੀਂ ਪਤਾ ਸੀਗਾ, ਤੇ ਕਿਉਂ ਤੁਸੀਂ ਉਹਨੂੰ ਇੰਨੀ ਸ਼ਹਿ ਦਿੱਤੀ, ਇੰਨਾ ਵਕਤ ਦਿੱਤਾ, ਜੇ ਤੁਹਾਨੂੰ ਸੈਂਟਰ ਤੋਂ CRPF ਜਾਂ RAF ਵੀ ਬੁਲਾਉਣਾ ਪੈ ਗਿਆ। ਤੇ ਅਸੀਂ ਹੁਣ ਦੇਖਦੇ ਜਿਹੜਾ ਸਟੇਟ ਦਾ ਜਿਹੜਾ ਐਕਸ਼ਨ ਸੀਗਾ ਉਹਦੇ ਖਿਲਾਫ ਉੱਥੋਂ ਤਾਂ ਕੋਈ ਰਿਐਕਸ਼ਨ ਨਹੀਂ ਆਇਆ। ਕੋਈ ਇਸ ਤਰ੍ਹਾਂ ਦਾ ਸੀ ਕਿ ਬੜੀ ਵੱਡੀ ਕੋਈ ਗੋਲੀਬਾਰੀ ਹੋ ਗਈ ਸੀ, ਕੁਝ ਵੀ ਨਹੀਂ ਹੋਇਆ ਇਸ ਤਰ੍ਹਾਂ ਦਾ। ਤੇ ਮੈਨੂੰ ਲੱਗਦਾ ਇੰਨੇ ਵੱਡੇ ਐਕਸ਼ਨ ਦੀ ਲੋੜ ਨਹੀਂ ਸੀਗੀ। ਜਿਹੜਾ ਗਵਰਨਮੈਂਟ ਨੇ ਇੰਟਰਨੈਟ ਨੂੰ ਸ਼ਟ ਡਾਊਨ ਕੀਤਾ ਤੇ ਜਿਹੜਾ ਯੂਥ ਨੂੰ ਇੱਥੋਂ ਫੜ ਕੇ ਜਿਹੜੇ ਇਮੋਸ਼ਨਸ ਦੇ ਵਿੱਚ ਉਹਦੇ ਨਾਲ ਜੁੜੇ ਹੋਏ ਸੀਗੇ ਉਹਨਾਂ ਨੂੰ ਅਰੈਸਟ ਕਰਕੇ ਅਸਮ ਲੈ ਗਏ, ਟੌਰਚਰ ਵੀ ਉਹਨਾਂ ਦੇ ਨਾਲ ਹੋਇਆ ਹੋਣਾ। ਤੇ ਜਿਹੜਾ ਸਾਰਾ ਹਿਸਾਬ ਕਿਤਾਬ ਰਿਹਾ ਹੈ, ਇਹਨੂੰ ਲੋਕਾਂ ਨੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਸਰਕਾਰ ਦੇ ਖਿਲਾਫ ਇੱਕ ਰੋਸ਼ ਬਣਿਆ ਤੇ ਅੰਮ੍ਰਿਤਪਾਲ ਦੇ ਤਰਫ ਇੱਕ ਸਿੰਪੈਥੀ ਲੋਕਾਂ ਦੀ ਗਈ ਹੈ। ਇਹ ਸਿੰਪੈਥੀ ਸਿਰਫ ਉਹਦੀ ਪਰਸਨਲ ਉਸ ਤੇ ਗਈ ਵੀ ਕਿਉਂਕਿ ਸਰਕਾਰ ਨੇ ਬੜਾ ਜ਼ਬਰਦਸਤ ਕੀਤਾ ਹੈ ਤਾਂ ਲੋਕੀ ਸਿੰਪੈਥੈਟਿਕ ਹੈਗੇ ਆ। ਮੈਂ ਇਹ ਬਿਲਕੁਲ ਨਹੀਂ ਕਹਿ ਰਿਹਾ ਵੀ ਉਹ ਸਿੰਪੈਥੀ ਉਹਦੀ ਵਿਚਾਰਧਾਰਾ ਨੂੰ ਜਾਂ ਉਹਦੀ ਆਈਡੀਓਲੋਜੀ ਨੂੰ ਗਈ ਹੈ। ਸਿਰਫ ਰਿਪਰੈਸ਼ਨ ਨੂੰ ਲੈ ਕੇ ਉਹਦੇ ਵੱਲੋਂ ਇੱਕ ਸਿੰਪੈਥੀ ਜ਼ਰੂਰ ਗਈ ਹੈ ਲੋਕਾਂ ਦੀ ਜੀ। ਤੇ ਇਹਦੇ ਵਿੱਚ ਹੀ ਜਿੱਦਾਂ ਇੰਟਰਨੈਟ ਬੰਦ ਕਰ ਦਿੱਤਾ ਗਿਆ ਤੇ ਮੋਰਓਵਰ ਪੁਲਿਸ ਫੋਰਸ ਇਸ ਤਰੀਕੇ ਨਾਲ ਤਾਇਨਾਤ ਕਰ ਦਿੱਤੀ ਗਈ ਜਿਵੇਂ ਪਤਾ ਨਹੀਂ ਕਿੰਨੀ ਹੀ ਵੱਡੀ ਕੋਈ ਕਾਰਵਾਈ ਹੋਣ ਵਾਲੀ ਹੈਗੀ ਹੈ। ਤੇ ਉਹਦੇ ਨਾਲ ਮੇਰੇ ਖਿਆਲ ਦੇ ਵਿੱਚ ਸਟੇਟ ਦੇ ਵਿੱਚ ਇੱਕ ਡਰ ਵੀ ਪੈਦਾ ਹੋਇਆ ਕਾਫੀ ਵੱਡਾ। ਦੇਖੋ, ਇਹ ਮੈਨੂੰ ਲੱਗਦਾ ਇਹ ਸਟੇਟ ਦਾ ਡਰ ਤਾਂ ਸੀਗਾ, ਜਿਹੜਾ ਸਟੇਟ ਆਪਣੇ ਆਪ ਡਰੀ ਹੋਈ ਸੀ ਤਾਂ ਹੀ ਉਹਨੇ ਇੰਨਾ ਵੱਡਾ ਇਹ ਤਾਮਝਾਮ ਕੀਤਾ, ਪਰ ਉਹਦੀ ਜ਼ਰੂਰਤ ਨਹੀਂ ਸੀਗੀ। ਉਹ ਦੂਜੇ ਪਾਸੋਂ ਕੋਈ ਰਿਐਕਸ਼ਨ ਇਸ ਤਰ੍ਹਾਂ ਦਾ ਆਇਆ ਨਹੀਂ। ਪਰ ਸਟੇਟ ਨੇ ਜਿਹੜਾ ਕੁਝ ਕੀਤਾ, ਸਟੇਟ ਨੂੰ ਸਮਝਣਾ ਚਾਹੀਦਾ ਹੈ ਸਟੇਟ ਦਾ ਕੋਈ ਪਾਵਰ ਹੈਗੀ ਹੈ, ਪੁਲਿਸ ਹੈਗੀ ਹੈ, ਫੋਰਸਿਸ ਹੈਗੀਆਂ, ਇਹਨਾਂ ਦਾ ਇੰਪੈਕਟ ਕੀ ਹੁੰਦਾ। ਜੇ ਆਪ ਸਟੇਟ ਡਰੀ ਹੋਈ ਹੋਵੇ, ਇਸ ਤਰ੍ਹਾਂ ਦਾ ਕੰਮ ਕਰੇ, ਤਾਂ ਉਹ ਜਿਹੜਾ ਡਰ ਹੈਗਾ ਉਹ ਅਲਟੀਮੇਟਲੀ ਲੋਕਾਂ ਤੱਕ ਜਾਣਾ ਹੈ। ਉਹ ਲੋਕ ਵੀ ਡਰੇ ਨੇ ਇਸ ਕਾਰਵਾਈ ਦੇ ਨਾਲ, ਉਹ ਪੁਰਾਣਾ ਦੌਰ ਫਿਰ ਯਾਦ ਕਰਦੇ ਨੇ। ਜਿਹੜਾ ਇਹ ਲੋਕਾਂ ਨੂੰ ਇੱਥੋਂ ਅਰੈਸਟ ਕਰਕੇ ਅਸਮ ਲੈ ਜਾਣ ਵਾਲਾ ਕੰਮ ਹੈਗਾ, ਇਹ ਲੋਕਾਂ ਨੂੰ ਬਿਲਕੁਲ ਪਸੰਦ ਨਹੀਂ ਆਇਆ ਜੀ। ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਸਰਕਾਰ ਡਰੀ ਹੋਈ ਸੀ, ਉਹਦੇ ਵਿੱਚੋਂ ਇਦਾਂ ਦਾ ਕੁਝ ਹੋਇਆ ਹੋਵੇਗਾ, ਪਰ ਮੈਨੂੰ ਲੱਗਦਾ ਵੀ ਲੋਕਾਂ ਨੂੰ ਡਰਾਉਣ ਵਾਸਤੇ ਸ਼ਾਇਦ ਇਦਾਂ ਦਾ ਕੁਝ ਕੀਤਾ ਗਿਆ ਹੋਵੇ। ਦੇਖੋ, ਲੋਕਾਂ ਨੂੰ ਜੇ ਸਰਕਾਰ ਡਰਾਉਣਾ ਚਾਹੁੰਦੀ ਹੈ ਤਾਂ ਉਸ ਤੋਂ ਸਰਕਾਰ ਨੇ ਅਚੀਵ ਕੀ ਕਰਨਾ ਹੈ। ਜਿਹੜੀ ਉਹ ਫੰਡਾਮੈਂਟਲਿਸਟ ਤਾਕਤਾਂ ਹੈਗੀਆਂ ਬੜੀ ਮੁੱਠੀ ਭਰ ਹੈਗੀਆਂ। ਜੇ ਸਰਕਾਰ ਚਾਹੁੰਦੀ ਤਾਂ ਉਹਨਾਂ ਤੇ ਕਾਰਵਾਈ ਪਹਿਲਾਂ ਵੀ ਕਰ ਸਕਦੀ ਸੀ। ਲੇਟ ਕੀਤੀ ਹੈ ਕੋਈ ਗੱਲ ਨਹੀਂ, ਪਰ ਬੜੇ ਗਲਤ ਤਰੀਕੇ ਨਾਲ ਕੀਤੀ ਹੈ। ਹੁਣ ਲੋਕਾਂ ਦੇ ਵਿੱਚ ਜਿਹੜਾ ਇਹਨਾਂ ਨੇ ਇੱਕ ਫੀਅਰ ਇੰਸਟਿਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹ ਤਾਂ ਮੈਨੂੰ ਲੱਗਦਾ ਸਰਕਾਰ ਨੂੰ ਕੋਈ ਫਾਇਦਾ ਨਹੀਂ ਹੋਣਾ, ਉਹ ਨੁਕਸਾਨ ਹੀ ਹੋਣਾ ਗਵਰਨਮੈਂਟ ਨੂੰ। ਉਸਦਾ ਨਹੀਂ, ਉਸ ਦੇ ਨਾਲ ਮੈਨੂੰ ਲੱਗਦਾ ਵੀ ਜਿਹੜੀ ਸਟੇਟ ਹੈਗੀ ਆ ਆਪਣੇ ਆਪ ਨੂੰ ਬਹੁਤ ਤਾਕਤਵਰ ਦਿਖਾਉਣਾ ਚਾਹੁੰਦੀ ਆ। ਜਿਹੜੀਆਂ ਵੀ ਫੋਰਸਿਸ, ਚਾਹੇ ਉਹ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਹੋਣ, ਚਾਹੇ ਉਹ ਜਿਹੜੇ ਕਿ ਸਰਕਾਰ ਦੀਆਂ ਵਿਰੋਧੀ ਫੋਰਸਿਸ ਹੋਣ, ਉਹਨਾਂ ਨੂੰ ਹਮੇਸ਼ਾ ਦਬਾ ਕੇ ਰੱਖਣਾ ਚਾਹੁੰਦੀ ਆ। ਉਹਨਾਂ ਦੀ ਗੱਲ ਸੁਣੀ ਨਾ ਜਾਵੇ। ਉਹ ਇੱਕ ਭੈ ਕ੍ਰੀਏਟ ਕਰਨਾ ਹੁੰਦਾ ਜਿਹੜੇ ਲੋਕਾਂ ਦੇ ਵਿੱਚ ਵੀ ਇਹਨਾਂ ਦੇ ਨਾਲ ਕੋਈ ਨਾ ਤੁਰੇ। ਸ਼ਾਇਦ ਉਹ ਵੀ ਕੁਛ ਏਦਾਂ ਦਾ ਹੋਇਆ ਹੋਵੇਗਾ। ਬਿਲਕੁਲ ਕੋਸ਼ਿਸ਼ ਹੋ ਸਕਦੀ ਹੈ। ਅਸੀਂ ਹੁਣ ਦੇਖਦੇ ਹਾਂ ਜਿਵੇਂ ਜਿੱਦਾਂ NSA ਲਾਤਾ ਗਿਆ। NSA ਬਹੁਤ ਸੀਵੀਅਰ ਕਿਸਮ ਦੀ ਹੈਗੀ ਆ, ਜਿਹੜੀ ਕਿ ਮੇਰੇ ਖਿਆਲ ਕੋਟਾ ਆਇਆ ਸੀ ਕਿਸੇ ਵੇਲੇ, UAPA ਆਇਆ, ਤੇ ਇਹ ਪੰਜਾਬ ਦੇ ਵਿੱਚ ਅਜਿਹਾ ਕੁਝ ਨਹੀਂ ਹੋਇਆ ਹੈਗਾ। ਇਸ ਤਰ੍ਹਾਂ ਦੀ ਕੋਈ ਲੋੜ ਨਹੀਂ ਸੀਗੀ। NSA ਦਾ ਜਿਹੜਾ ਪ੍ਰੀਵੈਂਟਿਵ ਡਿਟੈਂਸ਼ਨ ਦਾ ਉਹਦੀ ਜਿਹੜੀ ਪ੍ਰੋਵੀਜ਼ਨ ਹੈਗੀ ਹੈ, ਉਹ ਤਾਂ ਯੂਜ਼ ਕਰਦੇ ਬਹੁਤ ਜ਼ਿਆਦਾ ਕੋਈ ਖਤਰਾ ਪੈਦਾ ਹੋ ਜਾਂਦਾ ਹੈ। ਤੇ ਨੋ ਡਾਊਟ ਸਰਕਾਰ ਨੇ ਕੋਸ਼ਿਸ਼ ਹੋ ਸਕਦਾ ਕੀਤੀ ਹੋਵੇ ਲੋਕਾਂ ਦੇ ਵਿੱਚ ਇੱਕ ਡਰ ਪੈਦਾ ਕਰਨ ਦੀ ਵੀ ਤੁਸੀਂ ਆਰਾਮ ਨਾਲ ਬੈਠੋ, ਜਿਹੜਾ ਕੁਝ ਕਰਨਾ ਅਸੀਂ ਕਰ ਲਾਂਗੇ, ਤੁਹਾਨੂੰ ਜ਼ਿਆਦਾ ਉੱਪਰ ਉੱਠਣ ਦੀ ਲੋੜ ਨਹੀਂ ਹੈਗੀ। ਪਰ ਮੈਨੂੰ ਲੱਗਦਾ ਲੋਕਾਂ ਦੇ ਵਿੱਚ ਇਹਦਾ ਡਰ ਦਾ ਮਾਹੌਲ, ਡਰ ਜਿਹੜਾ ਕੋਸ਼ਿਸ਼ ਕੀਤੀ ਸੀ, ਡਰ ਤੋਂ ਬਜਾਏ ਲੋਕਾਂ ਦੇ ਵਿੱਚ ਇੱਕ ਜਿਹਨੂੰ ਕਹਿੰਦੇ ਬੇਵਿਸ਼ਵਾਸੀ ਪੈਦਾ ਹੁੰਦੀ ਹੈ। ਤੇ ਸਰਕਾਰਾਂ ਰਿਪਰੈਸ਼ਨ ਕਰਨ ਦੇ ਨਾਲ ਕਦੇ ਵੀ ਅਸੀਂ ਦੇਖਿਆ ਇਤਿਹਾਸ 'ਚ ਸਕਸੈਸਫੁਲ ਨਹੀਂ ਹੋਈ ਲੋਕਾਂ ਨੂੰ ਦਬਾਉਣ ਦੇ ਵਿੱਚ। ਤੇ ਅਜਿਹੇ ਮੌਕੇ ਜਦੋਂ ਅਜਿਹਾ ਕੁਝ ਹੋਇਆ ਤਾਂ ਅਸੀਂ ਗੱਲ ਕਰਦੇ ਹਾਂ ਸੈਂਟਰ ਦੀ ਗੱਲ ਵੀ ਕਰਦੇ ਹਾਂ, ਤੇ ਅਸੀਂ ਸਟੇਟ ਦੀ ਗੱਲ ਵੀ ਕਰਦੇ ਹਾਂ, ਇਹਨਾਂ ਦੇ ਸੰਬੰਧਾਂ ਦੀ ਵੀ ਗੱਲ ਕਰਦੇ ਹਾਂ, ਤੇ ਇਸੇ ਦੇ ਵਿੱਚ ਹੀ ਆ ਜਾਂਦੀ ਘੱਟ ਗਿਣਤੀ ਦੀ ਗੱਲ ਕਰਦੇ ਹਾਂ, ਫੈਡਰਲ ਸਟਰਕਚਰ ਦੀ ਅਸੀਂ ਗੱਲ ਕਰਦੇ ਹਾਂ। ਤੇ ਅਜਿਹੇ ਮੌਕੇ ਜਿਹੜੇ ਕਿ ਇਦਾਂ ਲੈ ਲਈ ਵੀ ਸੈਂਟਰ ਦੇ ਜਿਹੜੇ ਸਟੇਟ ਦੇ ਨਾਲ ਰਿਲੇਸ਼ਨ ਨੇ ਜਾਂ ਘੱਟ ਗਿਣਤੀਆਂ ਦਾ ਮਾਮਲਾ, ਉਹੋ ਜਿਹੇ ਮਾਮਲੇ ਦੇ ਵਿੱਚ ਮੇਰੇ ਖਿਆਲ ਸਟੇਟ ਨੂੰ ਜਾਂ ਸੈਂਟਰ ਨੂੰ ਸਾਨੂੰ ਕਿਹੋ ਜਿਹੀ ਉਮੀਦ ਕਰਨੀ ਚਾਹੀਦੀ ਆ? ਦੇਖੋ, ਸਾਡਾ ਇੱਕ ਡੈਮੋਕ੍ਰੈਟਿਕ ਕੰਟਰੀ ਹੈਗਾ, ਅਸੀਂ ਆਪਣੀ ਸਰਕਾਰਾਂ ਆਪ ਚੁਣਦੇ ਨੇ,
ਤੇ ਜਿਹੜਾ ਕਾਨੂੰਨ ਇੱਥੇ ਚੱਲਦਾ ਹੈ, ਸਾਡਾ ਸੰਵਿਧਾਨ ਚਲਾਉਂਦਾ ਹੈ, ਸੰਵਿਧਾਨ ਦੇ ਹਿਸਾਬ ਨਾਲ ਸਾਰਾ ਸਾਡਾ ਕੰਮ ਚੱਲਦਾ ਹੈ। ਅਸੀਂ ਹਾਂਜੀ ਜੀ ਹਾਂ, ਅਸੀਂ ਡੈਮੋਕ੍ਰੇਟਿਕ ਹੈ, ਅਸੀਂ ਰਿਪਬਲਿਕ ਹੈਗੇ ਹਾਂ। ਤੇ ਇੱਕ ਡੈਮੋਕ੍ਰੇਟਿਕ ਤੇ ਰਿਪਬਲਿਕ ਕੰਟਰੀ ਦੀ ਬੜੀ ਜ਼ਿੰਮੇਵਾਰੀ ਹੁੰਦੀ ਹੈ, ਜਿਹੜਾ ਸਭ ਤੋਂ ਵੀਕੈਸਟ ਸੈਕਸ਼ਨ ਵੀ ਹੈਗਾ ਉਸ ਤੱਕ ਵੀ ਜਿਹੜੀ ਪ੍ਰੋਟੈਕਸ਼ਨ ਦੀ ਜਿਹੜੀ ਫੀਲਿੰਗ ਹੈ ਉਸ ਤੱਕ ਜਾਵੇ। ਹੁਣ ਜਿਵੇਂ ਅਸੀਂ ਮਾਈਨੋਰਿਟੀ ਦੀ ਗੱਲ ਕਰੀਏ, ਅਸੀਂ ਲਗਾਤਾਰ ਦੇਖਦੇ ਹਾਂ, ਜਿਹੜੀ ਮੈਂ ਗੱਲ ਥੋੜੀ ਜਿਹੀ ਰਿਪੀਟ ਹੋ ਰਹੀ ਹੈ, ਜਿਵੇਂ ਧਰਮ ਸੰਸਦ ਹੁੰਦੀਆਂ ਰਹੀਆਂ ਨਾ, ਜਿਹੜੇ ਹਿੰਦੂਤਵਾਦੀ ਗਰੁੱਪ ਹੈਗੇ ਆ, ਉਹਨਾਂ ਵੱਲੋਂ ਓਪਨ ਡਿਕਲੇਰੇਸ਼ਨ ਹੁੰਦੀ ਹੈ ਤੇ ਉਹ ਇੱਕ ਮਾਹੌਲ ਕ੍ਰੀਏਟ ਕਰਦੇ ਨੇ ਭੈ ਦਾ ਮਾਈਨੋਰਿਟੀ ਸੈਕਸ਼ਨ ਦੇ ਵਿੱਚ ਕਿ ਅਸੀਂ ਇਹਨਾਂ ਦੀ ਨਸਲਾਂ ਖਤਮ ਕਰ ਦਿਆਂਗੇ। ਉਹ ਸਾਨੂੰ ਵੀ ਸੁਣ ਕੇ ਮੈਨੂੰ ਵੀ ਸੁਣ ਕੇ ਆਪ ਡਰ ਲੱਗਦਾ ਵੀ ਕਿੱਦਾਂ ਦੀ ਗੱਲਾਂ ਸਾਡੇ ਦੇਸ਼ ਦੇ ਵਿੱਚ ਹੋ ਰਹੀਆਂ ਨੇ। ਸੁਪਰੀਮ ਕੋਰਟ ਵੀ ਡਰਿਆ ਤੇ ਸੁਪਰੀਮ ਕੋਰਟ ਨੇ ਕਿਹਾ ਵੀ ਕਾਰਵਾਈ ਕੀਤੀ ਜਾਏ, ਪਰ ਜਦ ਕੋਈ ਕਾਰਵਾਈ ਨਹੀਂ ਹੁੰਦੀ, ਇੱਕ ਸੈਂਸ ਆਫ ਇਨਸਿਕਿਉਰਿਟੀ ਮਾਈਨੋਰਿਟੀ ਸੈਕਸ਼ਨ ਦੇ ਵਿੱਚ ਜਾਂਦੀ ਹੈ। ਤੇ ਅਸੀਂ ਉਮੀਦ ਕਰਦੇ ਹਾਂ ਵੀ ਜਿਹੜੀ ਸੈਂਟਰਲ ਗਵਰਨਮੈਂਟ ਹੈਗੀ ਹੈ ਜਾਂ ਸਟੇਟ ਗਵਰਨਮੈਂਟਸ ਵੀ ਹੈਗੀ ਹੈ, ਉਹ ਸੰਵਿਧਾਨ ਦੇ ਮੁਤਾਬਿਕ ਦੇਸ਼ ਨੂੰ ਚਲਾਵੇ। ਆਪਣੇ ਆਪ ਨੂੰ ਜਦ ਅਸੀਂ ਡੈਮੋਕ੍ਰੇਟਿਕ ਤੇ ਰਿਪਬਲਿਕ ਕਹਿੰਦੇ ਆ, ਉਹ ਇਸ ਗੱਲ ਨੂੰ ਸਾਬਿਤ ਵੀ ਕਰਨ। ਉਹ ਜਿਹੜੀ ਬਣਦੀ ਕਾਰਵਾਈ ਹੈਗੀ ਹੈ, ਜਦ ਲੋਕੀ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਨੇ, ਨਸਲਾਂ ਖਤਮ ਕਰਨ ਦੀ ਗੱਲ ਕਰਦੇ ਨੇ, ਉਹਨਾਂ ਤੇ ਬਣਦੀ ਕਾਰਵਾਈ ਕਰੇ। ਜਦ ਉਹਨਾਂ ਤੇ ਕਾਰਵਾਈ ਹੋਊਗੀ ਤਾਂ ਹੀ ਜਿਹੜਾ ਮਾਈਨੋਰਿਟੀ ਸੈਕਸ਼ਨ ਹੈ ਉਹਦੇ ਵਿੱਚ ਇੱਕ ਸੈਂਸ ਆਫ ਸਿਕਿਉਰਿਟੀ ਪੈਦਾ ਹੋਊਗੀ। ਤਾਂ ਮੈਨੂੰ ਨਹੀਂ ਲੱਗਦਾ ਜਦ ਇਸ ਤਰ੍ਹਾਂ ਦਾ ਕੋਈ ਕੰਮ ਹੋਣਾ ਹੈ ਸਰਕਾਰਾਂ ਵੱਲੋਂ, ਤਾਂ ਜਿਹੜਾ ਮਾਈਨੋਰਿਟੀ ਸੈਕਸ਼ਨ ਦੇ ਵਿੱਚ ਕੋਈ ਕੱਟੜਪੰਥੀ ਲੋਕ ਹੈਗੇ ਆ, ਉਹ ਕਦੇ ਵੀ ਮਾਹੌਲ ਦਾ ਮਿਸਯੂਜ਼ ਕਰਨ ਦੀ ਕੋਸ਼ਿਸ਼ ਕਰਨਗੇ। ਲੋਕਾਂ ਨੇ ਉਹਨਾਂ ਨਾਲ ਬਿਲਕੁਲ ਨਹੀਂ ਲੱਗਣਾ। ਹੁਣ ਹੁੰਦਾ ਕੀ ਹੈ, ਉਹ ਦਿਖਾਉਂਦਾ ਆਹ ਦੇਖੋ ਜੀ, ਇਹ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ, ਇਹ ਤੁਹਾਡੇ ਨਸਲਾਂ ਖਤਮ ਕਰ ਦੇਣਗੇ, ਸਾਨੂੰ ਆਪਣਾ ਅਰੇਂਜਮੈਂਟ ਕਰਨਾ ਪੈਣਾ। ਉਹ ਅਰੇਂਜਮੈਂਟ ਕੀ ਹੋਊਗਾ, ਸਾਨੂੰ ਵੱਖ ਦੇਸ਼ ਚਾਹੀਦਾ ਹੈ। ਇਹ ਇਮੋਸ਼ਨਸ ਕਿੱਥੋਂ ਨਿਕਲਦੇ ਨੇ, ਉਹ ਉੱਥੋਂ ਨਿਕਲਦੇ ਨੇ ਜਦ ਉੱਥੋਂ ਇੱਕ ਐਕਸ਼ਨ ਆਉਂਦਾ ਤਾਂ ਹੀ ਰਿਐਕਸ਼ਨ ਹੁੰਦਾ ਜੀ। ਤਾਂ ਸਰਕਾਰਾਂ ਨੂੰ ਲਾਅ ਦੇ ਮੁਤਾਬਿਕ, ਕਾਨੂੰਨ ਦੇ ਮੁਤਾਬਿਕ ਇਸ ਗੱਲ ਨੂੰ ਪਿੱਛੇ ਛੱਡ ਕੇ ਵੀ ਸਾਨੂੰ ਜ਼ਿਆਦਾ ਵੋਟਾਂ ਕਿਹਦੀਆਂ ਪੈਣੀਆਂ, ਕਨਸਟੀਟਿਊਸ਼ਨ ਦੇ ਹਿਸਾਬ ਨਾਲ ਆਪਣੇ ਆਪ ਨੂੰ ਰਿਪਬਲਿਕ ਦਿਖਾਉਣਾ ਪੈਣਾ, ਲੋਕਾਂ ਤੱਕ ਇੱਕ ਸੈਂਸ ਆਫ ਸਿਕਿਉਰਿਟੀ ਲੈ ਕੇ ਜਾਣੀ ਪੈਣੀ ਹੈ ਜੀ। ਤੇ ਜਿਵੇਂ ਅਸੀਂ ਗੱਲ ਕੀਤੀ ਹੈ ਸੈਂਸ ਆਫ ਸਿਕਿਉਰਿਟੀ ਲੈ ਕੇ ਆਉਣ ਦੀ ਮਾਈਨੋਰਿਟੀ ਕਮਿਊਨਿਟੀ ਦੇ ਵਿੱਚ, ਹੁਣ ਪੰਜਾਬ ਦੇ ਵਿੱਚ ਇੱਕ ਇਸ਼ੂ ਹੋਰ ਹੈਗਾ ਬੰਦੀ ਸਿੰਘਾਂ ਦੀ ਰਿਹਾਈ ਦਾ, ਪੋਲੀਟੀਕਲ ਪ੍ਰਿਜ਼ਨਰਸ ਦੀ ਰਿਹਾਈ ਦਾ। ਤੇ ਉਹ ਚਾਹੇ ਇਸ਼ੂ ਇੱਥੇ ਬੰਦੀ ਸਿੰਘਾਂ ਦਾ ਹੀ ਹੈਗਾ, ਸਿੱਖ ਪ੍ਰਿਜ਼ਨਰਸ ਦਾ ਹੈਗਾ, ਪਰ ਉਹ ਇਸ਼ੂ ਵੱਡਾ ਹੈ। ਬਹੁਤ ਵੱਡੀ ਗਿਣਤੀ ਜਿਹੜੇ ਕਿ ਪੋਲੀਟੀਕਲੀ ਡਿਫਰ ਕਰਦੇ ਨੇ ਸਰਕਾਰਾਂ ਤੋਂ, ਵੱਡੀ ਗਿਣਤੀ ਜੇਲ੍ਹਾਂ ਦੇ ਵਿੱਚ ਬੈਠੀ ਹੈ। ਤੇ ਉਹ ਸਿਰਫ ਇਸ ਕਰਕੇ ਬੈਠੀ ਕਿਉਂਕਿ ਉਹਨਾਂ ਦੇ ਪੋਲੀਟੀਕਲ ਡਿਫਰੈਂਸਿਸ ਹੈਗੇ ਆ। ਅਸੀਂ ਹੁਣ ਗੱਲ ਕਰੀਏ ਬੰਦੀ ਸਿੰਘਾਂ ਦੀ, ਇਹਨਾਂ ਦਾ ਜਿਹੜਾ ਲਾਈਫ ਟਰਮ ਦਾ ਜਿਹੜਾ ਪੀਰੀਅਡ ਸੀਗਾ, ਆਮ ਤੌਰ ਤੇ ਲਾਅ ਦੇ ਵਿੱਚ ਪ੍ਰੋਵੀਜ਼ਨ ਹੈਗੀ ਵੀ 14 ਸਾਲ ਤੋਂ ਬਾਅਦ ਸਰਕਾਰ ਚਾਹੇ ਤਾਂ, ਪ੍ਰੈਜ਼ੀਡੈਂਟ ਚਾਹੇ ਤਾਂ ਜਾਂ ਗਵਰਨਰ ਚਾਹੇ ਤਾਂ ਰਿਲੀਜ਼ ਕਰ ਸਕਦੇ ਨੇ। ਪਰ ਇਹਨਾਂ ਨੂੰ 14 ਤੋਂ ਵੀ ਡਬਲ ਟਾਈਮ ਹੋ ਚੁੱਕਿਆ ਹੈ, 28 ਸਾਲ 30 ਸਾਲ ਇਹਨਾਂ ਨੂੰ ਹੋ ਚੁੱਕੇ ਨੇ। ਉਸ ਤੋਂ ਬਾਵਜੂਦ ਵੀ ਜੇਲ੍ਹ ਦੇ ਵਿੱਚ ਹੈਗੇ ਆ ਤੇ ਲਾਅ ਇਹਨਾਂ ਦੇ ਫੇਵਰ 'ਚ ਹੈਗਾ, ਇਹਨਾਂ ਨੂੰ ਰਿਲੀਜ਼ ਕਰ ਦੇਣਾ ਚਾਹੀਦਾ ਲਾਅ ਕਹਿੰਦਾ। ਪ੍ਰੈਜ਼ੀਡੈਂਟ ਇਹਨਾਂ ਦੇ ਫੇਵਰ 'ਚ ਹੈਗਾ। ਰੀਸੈਂਟਲੀ ਬਿਲਕਿਸ ਬਾਨੋ ਦੇ ਜਿਹੜੇ ਰੇਪਿਸਟ ਤੇ ਮਰਡਰ ਹੈਗੇ ਉਹਨਾਂ ਨੂੰ ਰਿਲੀਜ਼ ਕੀਤਾ ਗਿਆ ਹੈ। ਜਿਹੜੇ ਰਾਜੀਵ ਗਾਂਧੀ ਦੇ ਜਿਹੜੇ ਕਿਲਰ ਸੀਗੇ ਉਹਨਾਂ ਨੂੰ ਰਿਲੀਜ਼ ਕੀਤਾ ਗਿਆ ਹੈ। ਤੇ ਲਾਅ ਇਹਨਾਂ ਦੇ ਫੇਵਰ 'ਚ ਹੈਗਾ, ਪ੍ਰੈਜ਼ੀਡੈਂਟ ਇਹਨਾਂ ਦੇ ਫੇਵਰ 'ਚ ਹੈਗਾ। ਮੈਨੂੰ ਲੱਗਦਾ ਸਰਕਾਰਾਂ ਨੂੰ ਬੜਾ ਇੱਕ ਇਮੋਸ਼ਨਲ ਤਰੀਕੇ ਨਾਲ ਇਸ ਇਸ਼ੂ ਨੂੰ ਦੇਖਣਾ ਚਾਹੀਦਾ ਹੈ, ਸੈਂਟੀਮੈਂਟ ਨੂੰ ਸਮਝਣਾ ਚਾਹੀਦਾ ਹੈ ਤੇ ਪੋਜ਼ਿਟਿਵ ਤਰੀਕੇ ਨਾਲ ਇਹਨਾਂ ਦੇ ਜਿਹੜੀ ਇਸ਼ੂ ਹੈਗਾ ਬੰਦੀ ਸਿੰਘਾਂ ਦੀ ਰਿਹਾਈ ਦਾ, ਇਹਨੂੰ ਦੇਖਣਾ ਚਾਹੀਦਾ ਹੈ। ਇਹਨਾਂ ਹੀ ਤਰੀਕੇ ਨਾਲ ਅਸੀਂ ਕਹਿੰਦੇ ਵੀ ਜਿਹੜਾ ਮਾਈਨੋਰਿਟੀ ਕਮਿਊਨਿਟੀ ਹੈ ਉਹਨਾਂ ਦਾ ਤੁਸੀਂ ਵਿਸ਼ਵਾਸ ਜਿੱਤ ਸਕਦੇ ਹੋ। ਤੇ ਵਿਪਨ ਜੀ, ਇੱਕ ਹੋਰ ਸਵਾਲ ਇਹ ਹੈ ਕਿ ਪੰਜਾਬ ਦੇ ਵਿੱਚ ਅਜਿਹਾ ਮਾਹੌਲ ਖੜਾ ਹੋਇਆ ਕਿ ਜੇ ਤੁਸੀਂ ਗੱਲ ਰੱਖਦੇ ਹੋ ਤਾਂ ਲੱਗੇਗਾ ਵੀ ਤੁਸੀਂ ਸ਼ਾਇਦ ਅੰਮ੍ਰਿਤਪਾਲ ਦੇ ਹੱਕ ਦੇ ਵਿੱਚ ਖੜਦੇ ਹੋਵੋ, ਜੇ ਤੁਸੀਂ ਗੱਲ ਨਹੀਂ ਰੱਖਦੇ ਤਾਂ ਇਦਾਂ ਹੁੰਦਾ ਹੋਏਗਾ ਕਿ ਜਿਹੜਾ ਵੀ ਅਸੀਂ ਨਿਆਂ ਦੀ ਗੱਲ ਨਹੀਂ ਕਰ ਪਾ ਰਹੇ। ਬੜਾ ਮਾਹੌਲ ਹੈਗਾ। ਤੇ ਜੇ ਤੁਸੀਂ ਉਧਰਲੇ ਪਾਸੇ ਗੱਲ ਕਰਦੇ ਹੋ ਤਾਂ ਇਦਾਂ ਦਾ ਇੱਕ ਪਾਸੇ ਲੱਗਦਾ ਹੋਏਗਾ ਵੀ ਇਹ ਹਿੰਦੂ ਜਿਹੜਾ ਪੰਜਾਬ ਦੇ ਵਿੱਚ ਰਹਿੰਦਾ ਉਹਨਾਂ ਦੇ ਵਿਰੋਧ ਦੇ ਵਿੱਚ ਸ਼ਾਇਦ ਗੱਲ ਕਰ ਰਿਹਾ। ਅਜਿਹਾ ਮਾਹੌਲ ਜਿਹੜਾ ਦੇਸ਼ ਦੇ ਵਿੱਚ, ਸਟੇਟ ਦੇ ਵਿੱਚ ਪੈਦਾ ਹੋਇਆ। ਅਜਿਹੇ ਸਮੇਂ ਜਿਹੜੀ ਕਿ ਡੈਮੋਕ੍ਰੈਟਿਕ ਫੋਰਸਿਸ ਹੈਗੀਆਂ ਨੇ, ਸਾਡੀਆਂ ਜਥੇਬੰਦੀਆਂ ਹੈਗੀਆਂ ਨੇ, ਜਨਤਕ ਫੋਰਸਿਸ ਹੈਗੀਆਂ ਨੇ, ਉਹ ਕੀ ਕਰਨ ਇਹੋ ਜਿਹੇ ਸਮੇਂ, ਉਹਨਾਂ ਦੀ ਕੀ ਜ਼ਿੰਮੇਵਾਰੀ ਬਣਦੀ ਆ ਤੇ ਤੁਹਾਡਾ ਸੁਨੇਹਾ ਇਹਦੇ ਵਿੱਚ ਕੀ ਆ ਉਹਨਾਂ ਦਾ? ਦੇਖੋ, ਡੈਮੋਕ੍ਰੈਟਿਕ ਫੋਰਸਿਸ ਦਾ ਬੜਾ ਵੱਡਾ ਅਹਿਮ ਰੋਲ ਮੈਨੂੰ ਲੱਗਦਾ ਇਸ ਤੱਕ ਹੋਣਾ ਚਾਹੀਦਾ, ਜਿਹਦੇ ਵਿੱਚ ਕਿਤੇ ਨਾ ਕਿਤੇ ਅਸੀਂ ਸਾਰੇ ਹੀ ਫੇਲ ਹੋ ਰਹੇ ਨੇ। ਲੋਕਾਂ ਦੇ ਜਿਹੜੇ ਅਸਲ ਮੁੱਦੇ ਹੈਗੇ ਉਹ ਚੱਕਣੇ ਚਾਹੀਦੇ ਆ। ਜਿਹੜਾ ਲੋਕਾਂ ਦਾ ਅਸਲ ਮੁੱਦਾ ਹੈਗਾ ਬੇਰੁਜ਼ਗਾਰੀ ਦਾ, ਗਰੀਬੀ ਦਾ, ਹੈਲਥ ਦਾ, ਐਜੂਕੇਸ਼ਨ ਦਾ, ਉਹ ਕਿਤੇ ਨਾ ਕਿਤੇ ਪਿੱਛੇ ਰਹਿ ਰਹੇ ਨੇ। ਜਦ ਅਸੀਂ ਉਹਨਾਂ ਅਸਲ ਮੁੱਦਿਆਂ ਨੂੰ ਚੱਕਾਂਗੇ ਤਾਂ ਹੀ ਲੋਕੀ ਇਸ ਪਾਸੋਂ ਨੂੰ ਚੱਲਣਗੇ ਵੀ, ਤੇ ਜਿਹੜਾ ਇਹ ਫੰਡਾਮੈਂਟਲਿਜ਼ਮ ਦਾ ਹਿਸਾਬ ਕਿਤਾਬ ਹੈ ਉਸ ਤੋਂ ਮੂੰਹ ਮੋੜਨਗੇ। ਸਾਨੂੰ ਲੋਕਾਂ ਤੱਕ ਮੈਸੇਜ ਪਹੁੰਚਾਉਣਾ ਚਾਹੀਦਾ ਵੀ ਜਿਹੜਾ ਧਰਮ ਹੈਗਾ ਉਹ ਤੁਹਾਡਾ ਪਰਸਨਲ ਮੈਟਰ ਹੈ, ਉਹ ਤੁਸੀਂ ਉਹਨੂੰ ਆਪਣੀ ਜੇਬ 'ਚ ਰੱਖੋ। ਪ੍ਰੋਬਲਮ ਤਾਂ ਆਉਂਦੀ ਜਦੋਂ ਤੁਸੀਂ ਧਰਮ ਨੂੰ ਆਪਣੇ ਗਲੇ 'ਚ ਲਟਕਾ ਕੇ ਬਾਹਰ ਨਿਕਲਦੇ ਘਰੋਂ ਤੇ ਦੂਜੇ ਨੂੰ ਕਹਿੰਦੇ ਵੀ ਸਾਡਾ ਧਰਮ ਬੈਟਰ, ਤੁਹਾਡਾ ਖਰਾਬ ਹੈ। ਇੱਕ ਜਿਹੜਾ ਮਾਹੌਲ ਹੈਗਾ ਇਹਨੂੰ ਸਾਨੂੰ ਖਤਮ ਕਰਨਾ ਪੈਣਾ ਹੈ ਤੇ ਡੈਮੋਕ੍ਰੈਟਿਕ ਫੋਰਸਿਸ ਦਾ ਇਹਦੇ ਵਿੱਚ ਇੱਕ ਰੋਲ ਬਕਾਇਦਾ ਹੋਣਾ ਚਾਹੀਦਾ ਹੈ। ਇਹਦੇ ਨਾਲ ਹੀ ਜਿਹੜਾ ਮੈਜੋਰਿਟੀ ਸੈਕਸ਼ਨ ਹੈਗਾ ਹਿੰਦੁਸਤਾਨ ਦਾ, ਮੈਜੋਰਿਟੀ ਸੈਕਸ਼ਨ ਵੀ ਜਿਹੜਾ ਹਿੰਦੂ ਕਮਿਊਨਿਟੀ ਹੈਗੀ ਹੈ, ਉਹਦੇ ਕੰਧੇ ਤੇ ਵੀ ਇੱਕ ਵੱਡੀ ਜ਼ਿੰਮੇਵਾਰੀ ਹੈ, ਕਿਉਂਕਿ ਉਹਨਾਂ ਦੇ ਕੰਧੇ ਤੇ ਹੀ ਇੱਕ ਮਤਲਬ ਹਥਿਆਰ ਰੱਖ ਕੇ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਿੰਦੂ ਰਾਸ਼ਟਰ ਜਿਹੜੀ ਗੱਲ ਹੁੰਦੀ ਹੈ ਉਹਨਾਂ ਦੇ ਕੰਧੇ ਤੇ ਰੱਖੀ ਹੁੰਦੀ ਹੈ। ਤੇ ਮੈਨੂੰ ਲੱਗਦਾ ਜਿਹੜਾ ਹਿੰਦੂ ਕਮਿਊਨਿਟੀ ਹੈ ਉਹਨਾਂ ਤੇ ਕੰਧੇ ਤੇ ਵੱਡੀ ਜ਼ਿੰਮੇਵਾਰੀ ਹੈ ਕਿ ਉਹ ਇਸ ਗੱਲ ਨੂੰ ਸਮਝੇ ਤੇ ਕਿਸੇ ਬਹਿਕਾਵੇ 'ਚ ਨਾ ਆਵੇ। ਜਿਹੜਾ ਇੱਕ ਸੰਦੇਸ਼ ਦਿੰਦਾ ਹਿੰਦੂ ਧਰਮ ਬ੍ਰਦਰਹੁੱਡ ਦਾ, ਉਹਨੂੰ ਅਪਣਾਵੇ। ਤੇ ਸਭ ਤੋਂ ਪਹਿਲਾਂ ਡਿਊਟੀ ਵੀ ਉਹਦੀ ਬਣਦੀ ਹੈ ਵੀ ਜਿਹੜਾ ਅਸੀਂ ਐਕਸਪੈਕਟ ਕਰਦੇ ਹਾਂ ਮਾਈਨੋਰਿਟੀ ਕਮਿਊਨਿਟੀ ਤੋਂ
ਕਿ ਵੀ ਕਿਸ ਤਰ੍ਹਾਂ ਦੇਸ਼ ਦੇ ਵਿੱਚ ਰਹਿਣਾ ਚਾਹੀਦਾ, ਉਹ ਕੰਮ ਪਹਿਲਾਂ ਮੈਜੋਰਟੀ ਕਮਿਊਨਿਟੀ ਨੂੰ ਕਰਕੇ ਦਿਖਾਉਣਾ ਪੈਣਾ ਹੈ। ਤੇ ਜਿਹੜੀ ਡੈਮੋਕ੍ਰੈਟਿਕ ਫੋਰਸਿਸ ਹੈ ਉਹਨਾਂ ਨੂੰ ਮੈਨੂੰ ਲੱਗਦਾ ਵੀ ਲਗਾਤਾਰ ਜਿਹੜਾ ਜਿਵੇਂ ਹੁਣ ਪ੍ਰੈਜ਼ੈਂਟ ਕੇਸ ਦੇ ਵਿੱਚ ਜਿਹੜਾ ਸਟੇਟ ਵੱਲੋਂ ਰਿਪਰੈਸ਼ਨ ਹੋਇਆ ਹੈ, ਉਹ ਲੋਕਾਂ ਦੇ ਸਾਹਮਣੇ ਖੋਲ੍ਹਣਾ ਚਾਹੀਦਾ ਹੈ। ਤੇ ਜਿਹੜਾ ਮੈਜੋਰੀਟੇਰੀਅਨ ਜਿਹੜਾ ਫੰਡਾਮੈਂਟਲਿਜ਼ਮ ਹੈਗਾ, ਜਿਹੜਾ ਉਹਦੇ ਵੱਲੋਂ ਅਟੈਕ ਹੁੰਦਾ ਲੋਕਾਂ ਤੇ, ਉਹਨੂੰ ਵੀ ਲੋਕਾਂ ਦੇ ਸਾਹਮਣੇ ਰੱਖਣਾ ਚਾਹੀਦਾ ਤੇ ਉਹਦਾ ਜਿਹੜਾ ਉਪਾਅ ਜਿਹੜਾ ਹੈਗਾ, ਜਿਹੜਾ ਉਹਦਾ ਸੋਲੂਸ਼ਨ ਹੈਗਾ, ਉਹ ਵੀ ਲੋਕਾਂ ਨੂੰ ਦੇਣਾ ਪੈਣਾ ਹੈ। ਉਹ ਡੈਮੋਕ੍ਰੈਟਿਕ ਸਟਰਗਲ ਦੇ ਨਾਲ ਹੀ ਜਾਣਾ ਹੈ। ਲੋਕਾਂ ਨੂੰ ਦੱਸਣਾ ਪੈਣਾ ਹੈ ਵੀ ਜਿਹੜਾ ਅਲੱਗ ਦੇਸ਼, ਅਲੱਗ ਮੁਲਕ ਦੀ ਡਿਮਾਂਡ ਹੈਗੀ ਆ, ਉਹਦਾ ਬੇਸਿਸ ਆਫ ਰਿਲੀਜਨ, ਇਹ ਪਾਸਟ ਦੇ ਵਿੱਚ ਟੋਟਲੀ ਫੇਲੀਅਰ ਰਿਹਾ ਹੈ। ਵਿਪਿਨ ਜੀ, ਤੁਹਾਡੇ ਨਾਲ ਇਸ ਵਿਸ਼ੇ ਦੇ ਉੱਪਰ ਚਰਚਾ ਹੋਈ, ਤੁਸੀਂ ਬਹੁਤ ਸਾਰੇ ਜਿਹੜੇ ਵਿਚਾਰ ਹੈਗੇ ਨੇ ਉਹ ਆਪਣੇ ਪੇਸ਼ ਕੀਤੇ ਤੇ ਉਮੀਦ ਹੈਗੀ ਆ ਇਸ ਵਿਚਾਰਾਂ ਦੇ ਰਾਹੀਂ ਜਿਹੜੇ ਸਾਡੇ ਦਰਸ਼ਕ ਅੱਗੇ ਨੇ ਸਾਨੂੰ ਦੇਖ ਰਹੇ ਨੇ, ਉਹ ਬਹੁਤ ਕੁਝ ਗਿਆਨ ਪ੍ਰਾਪਤ ਕਰਨਗੇ ਤੇ ਅੱਗੇ ਜਿਹੜੀ ਕੋਈ ਰੂਪ ਰੇਖਾ ਹੈਗੀ ਆ ਉਹਦੇ ਹਿਸਾਬ ਨਾਲ ਉਲੀਕਣਗੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਫਿਰ ਆਪਾਂ ਦੁਬਾਰਾ ਕਿਸੇ ਚਰਚਾ ਨੂੰ ਲੈ ਕੇ ਤੁਹਾਡੇ ਨਾਲ ਫਿਰ ਬੈਠਾਂਗੇ। ਤਰਕਸ਼ੀਲ ਸੁਸਾਇਟੀ ਪੰਜਾਬ ਪ੍ਰਕਾਸ਼ਨ ਵੱਲੋਂ ਅਖੌਤੀ, ਭੂਤਾਂ ਪ੍ਰੇਤਾਂ, ਵਹਿਮਾਂ ਭਰਮਾਂ, ਕਸਰਾਂ, ਰੂਹਾਂ, ਅਗਲੇ ਪਿਛਲੇ ਜਨਮਾਂ ਦੇ ਕਲਪਿਤ ਸੰਕਲਪ ਤੋਂ ਛੁਟਕਾਰਾ ਪਾਉਣ ਲਈ ਤਰਕਸ਼ੀਲ ਸਾਹਿਤ ਤਰਕਸ਼ੀਲ ਮੇਲਿਆਂ ਤੋਂ ਖਰੀਦੋ। ਮਨੁੱਖੀ ਜ਼ਿੰਦਗੀ ਦੀ ਅਸਲੀਅਤ ਸਮਝਣ ਲਈ ਤਾਂਤਰਿਕਾਂ, ਜੋਤਸ਼ੀਆਂ ਵੱਲੋਂ ਰਚਾਏ ਪ੍ਰਪੰਚ ਦੀ ਅਸਲੀਅਤ ਜਾਣਨ ਲਈ ਅਖੌਤੀ, ਜਾਦੂ, ਮੰਤਰ, ਧਾਗੇ, ਤਵੀਤ, ਇਲਮ, ਗੈਬੀ ਸ਼ਕਤੀਆਂ ਦੀ ਸੱਚਾਈ ਨੂੰ ਸਮਝਣ ਲਈ ਤਰਕਸ਼ੀਲ ਸਾਹਿਤ ਬੁੱਕ ਸਟਾਲਾਂ ਤੋਂ ਖਰੀਦੋ। ਚੰਗੀ ਜੀਵਨ ਜਾਂਚ ਬਣਾਉਣ ਲਈ ਤਰਕਸ਼ੀਲ ਸਾਹਿਤ ਪੜ੍ਹੋ ਅਤੇ ਬੱਚਿਆਂ ਨੂੰ ਵੀ ਬਚਪਨ ਤੋਂ ਹੀ ਉਸਾਰੂ ਤਰਕਸ਼ੀਲ ਵਿਗਿਆਨਕ ਸਾਹਿਤ ਪੜ੍ਹਨ ਦੀ ਆਦਤ ਪਾਓ। ਤਰਕਸ਼ੀਲ ਸਾਹਿਤ ਮੁੱਖ ਦਫ਼ਤਰ ਤਰਕਸ਼ੀਲ ਭਵਨ ਬਰਨਾਲਾ ਤੋਂ ਵੀ ਮੰਗਵਾਇਆ ਜਾ ਸਕਦਾ ਹੈ। ਸਾਡਾ ਪਤਾ ਤਰਕਸ਼ੀਲ ਭਵਨ, ਤਰਕਸ਼ੀਲ ਚੌਕ, ਬਰਨਾਲਾ। ਮੋਬਾਈਲ 98769 53561। ਫੋਨ ਨੰਬਰ 01679 241 4